ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਸਿੱਖ ਚੈਨਲ ਦੀ ਟੀਮ ਪਹੁੰਚ ਚੁੱਕੀ ਹੈਗੀ ਆ ਗੁਰਦੁਆਰਾ ਗੁਰੂ ਗਰੀਬ ਨਿਵਾਜ ਹੇਜ਼ ਵਿਖੇ, ਜਿੱਥੇ ਕਿ ਤੁਸੀਂ ਦੇਖ ਸਕਦੇ ਆ ਬਹੁਤ ਹੀ ਸੋਹਣਾ ਮਾਹੌਲ ਜਿਹੜਾ ਬਣਿਆ ਆ। ਅੱਜ ਇੱਥੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਸੀਗੇ, ਜਿਹਦੇ ਵਿੱਚ ਕੰਟੀਨਿਊਸਲੀ 3 ਦਿਨ ਦਾ ਚੌਂਕੜਾ ਮਾਰ ਕੇ ਸੇਵਾਦਾਰਾਂ ਨੇ ਪਾਠ ਕੀਤਾ ਹੈਗਾ ਆ। ਇਹ ਬਹੁਤ ਵੱਡੀ ਗੱਲ ਆ ਸਾਧ ਸੰਗਤ ਜੀ। ਯੂਕੇ ਦੀ ਧਰਤੀ ਦੇ ਵਿੱਚ ਪਹਿਲੀ ਵਾਰ ਕੰਟੀਨਿਊਸ ਅਖੰਡ ਪਾਠ ਸਾਹਿਬ ਜੀ ਜਿਹੜੇ ਨੇ ਇੱਕੋ ਚੌਕੜੇ ਦੇ ਵਿੱਚ ਬੈਠ ਕੇ ਪਾਠ ਜਿਹੜੇ ਇੱਥੇ ਇਸ ਸਥਾਨ 'ਤੇ ਕੀਤੇ ਗਏ। ਤੇ ਤੁਸੀਂ ਦੇਖ ਸਕਦੇ ਆ ਕਿ ਮੇਨ ਦੀਵਾਨ ਹਾਲ ਦੇ ਵਿੱਚ ਹਲੇ ਵੀ ਕੀਰਤਨ ਦਾ ਪ੍ਰੋਗਰਾਮ ਜਿਹੜਾ ਆ ਚੱਲ ਰਿਹਾ ਹੈਗਾ ਆ। ਸੰਗਤਾਂ ਨੇ ਬਹੁਤ ਹੁਮ ਹੁਮਾ ਕੇ ਇੱਥੇ ਹਾਜ਼ਰੀ ਪਾਈ ਤੇ ਤੁਸੀਂ ਦੇਖਿਆ ਹੀ ਕਿ ਕਿਸ ਤਰੀਕੇ ਨਾਲ ਮਹੱਲੇ 9ਵੇਂ ਦੇ ਵਿੱਚ ਸਾਰੀ ਸੰਗਤਾਂ ਨੇ ਆਪਣਾ ਜਿਹੜਾ ਆ ਯੋਗਦਾਨ ਦਿੱਤਾ। ਤੇ ਅਸੀਂ ਇਸ ਵੇਲੇ ਹੈਗੇ ਆ ਲੰਗਰ ਹਾਲ ਦੇ ਵਿੱਚ, ਜਿੱਥੇ ਕਿ ਬਹੁਤ ਹੀ ਬੜੀ ਸੇਵਾ ਅੱਜ ਸੰਗਤਾਂ ਨੇ ਕਰਾਈ ਹੈਗੀ ਆ। ਪਹਿਲਾਂ ਉਹਨਾਂ ਦੇ ਨਾਂ ਲਿੱਤੇ ਸੀਗੇ, ਵੱਖ-ਵੱਖ ਪਰਿਵਾਰਾਂ ਨੇ ਆਪਣੀ ਸੇਵਾ ਜਿਹੜੀ ਆ ਲੰਗਰ ਦੇ ਵਿੱਚ ਪਾਈ ਆ। ਤੇ ਮੈਂ ਚਾਹੂੰਗੀ ਇੱਥੇ ਦਿਖਾਇਆ ਜਾਏ ਕਿ ਕਿਸ ਤਰੀਕੇ ਨਾਲ ਨਾਨਾ ਪ੍ਰਕਾਰ ਦੇ ਲੰਗਰ ਜਿਹੜੇ ਨੇ ਇੱਥੇ ਅੱਜ ਵਰਤਾਏ ਜਾ ਰਹੇ ਨੇ। ਤੇ ਅਸੀਂ ਗੱਲਬਾਤ ਵੀ ਕਰਾਂਗੇ ਇੱਥੇ ਸੇਵਾਦਾਰਾਂ ਦੇ ਨਾਲ ਤੇ ਜਾਣਾਂਗੇ ਕਿ ਕਿੱਦਾਂ ਦਾ ਰਿਹਾ ਉਹਨਾਂ ਦਾ ਇਹ ਐਕਸਪੀਰੀਅੰਸ, ਜਿੱਥੇ ਪਹਿਲੀ ਵਾਰ ਸੰਗਤਾਂ ਨੇ ਅਨੋਖੇ ਤਰੀਕੇ ਨਾਲ ਅਖੰਡ ਪਾਠ ਸਾਹਿਬ ਜੀ ਦੇ ਜਿਹੜੇ ਆ ਦਰਸ਼ਨ ਕੀਤੇ। ਤੇ ਆਓ ਗੱਲਬਾਤ ਕਰਦੇ ਹਾਂ ਕੁਝ ਸੇਵਾਦਾਰਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਅਸੀਂ ਤੁਹਾਡੇ ਨਾਲ ਪਹਿਲਾਂ ਵੀ ਇਸੇ ਗੁਰਦੁਆਰੇ ਇਸੇ ਸਥਾਨ 'ਤੇ ਮੁਲਾਕਾਤ ਕੀਤੀ ਸੀਗੀ, ਜਦੋਂ ਕਿ ਇੱਥੇ ਦੀ ਸੰਗਤ ਵੱਲੋਂ ਇੱਕ ਬਹੁਤ ਹੀ ਵੱਡਾ ਸਮਾਗਮ ਰਖਾਇਆ ਗਿਆ ਸੀਗਾ। ਤੇ ਅੱਜ ਫੇਰ ਮੈਂ ਆਪ ਵਿਟਨੈਸ ਕੀਤਾ ਹੈ ਕਿ ਕਿਸ ਤਰੀਕੇ ਨਾਲ ਦ ਕਮਿਊਨਿਟੀ ਹੈਜ਼ ਕਮ ਟੁਗੈਦਰ ਵਨਸ ਅਗੇਨ। ਔਰ ਅੱਜ ਵੀ ਬਹੁਤ ਇੱਥੇ ਰੌਣਕਾਂ ਲੱਗੀਆਂ ਹੋਈਆਂ ਨੇ। ਇਹ ਮਹਾਰਾਜ ਦੀ ਕਿਰਪਾ ਆ ਹੇਜ਼ ਦੀ ਸੰਗਤ ਦੇ ਉੱਤੇ ਕਿ ਤੁਸੀਂ ਆਏ ਮਹੀਨੇ ਕੋਈ ਨਾ ਕੋਈ ਉਪਰਾਲਾ ਕਰਕੇ ਸਾਰੀ ਸੰਗਤ ਨੂੰ ਜੋੜਦੇ ਆ। ਨਿਆਣੇ ਵੀ ਆਉਂਦੇ ਆ, ਸਾਰੀ ਕਮਿਊਨਿਟੀ ਇਕੱਠੀ ਹੁੰਦੀ ਆ। ਕੀ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਨੇ ਅੱਜ ਪਾਠ ਦਾ ਭੋਗ ਪਾਇਆ ਹੈ, ਨਾਮ ਤਾਂ ਮੈਨੂੰ ਨਹੀਂ ਪਤਾ, ਲੇਕਿਨ ਉਹਨਾਂ 'ਤੇ ਬਹੁਤ ਹੀ ਗੁਰੂ ਦੀ ਬਖਸ਼ਿਸ਼ ਹੋਈ ਹੈ, ਬਹੁਤ ਹੀ ਵੱਡਾ ਉਪਰਾਲਾ ਹੋਇਆ ਹੈ। ਇਹ ਸਾਰੀ ਸੰਗਤ ਨੂੰ ਹੋਵੇ ਕਿ ਉਪਰਾਲਾ ਕਰਨ ਤੇ ਸੰਗਤ ਜੁੜੇ, ਸਾਰੀ ਬੱਚੇ ਵੀ ਤੇ ਵੱਡੇ ਵੀ, ਸਾਰੇ ਪਰਿਵਾਰ ਜੁੜੇ। ਅਸੀਂ ਤਾਂ ਇਹੋ ਚਾਹੁੰਦੇ ਹਾਂ ਕਿ ਸਾਰੀ ਸੰਗਤ ਜੁੜ ਸਕੇ। ਤੁਸੀਂ ਕਾਫੀ ਸਾਲਾਂ ਤੋਂ ਇਸ ਸਥਾਨ ਦੇ ਉੱਤੇ ਜੁੜੇ ਹੋਏ ਆ। ਬੀਬੀਆਂ ਦਾ ਵੀ ਇੱਥੇ ਇੱਕ ਅਲੱਗ ਗਰੁੱਪ ਹੈਗਾ ਆ। ਤੇ ਤੁਸੀਂ ਹੋਰ ਕਿਹੜੀ ਇੱਥੇ ਐਕਟੀਵਿਟੀਜ਼ ਜਿਹੜੀਆਂ ਨੇ ਬੱਚਿਆਂ ਦੀ ਜਾਂ ਬੀਬੀਆਂ ਦੀਆਂ ਹੁੰਦੀਆਂ ਨੇ? ਅਸੀਂ ਤਾਂ ਜੀ ਥੋੜਾ ਬਹੁਤ ਹੀ ਇਧਰ ਹੀ ਆਨੇ ਆ, ਇतना ज़्यादा नहीं आते, लेकिन जो भी सुने ना बहुत ही अच्छा सुने है कि बच्चे भी कीर्तन करते हैं तो वड्डे भी कीर्तन करते हैं। ਅਸੀਂ ਵੀ ਕਦੀ ਆਂਦੇ ਇਹਨਾਂ ਦੇ ਨਾਲ ਬੈਠਨੇ ਬਹੁਤ ਖੁਸ਼ ਹੁੰਦੇ ਆ ਕਿ ਦੇਖੋ ਕਿੰਨਾ ਆਨੰਦ ਮਿਲਦਾ। ਅਸੀਂ ਅੱਜ ਇੱਥੇ ਆ ਕੇ ਬੈਠਿਆ, ਬਹੁਤ ਹੀ ਆਨੰਦ ਮਿਲਿਆ ਸਾਨੂੰ, ਬਹੁਤ ਜ਼ਿਆਦਾ ਆਨੰਦ ਮਿਲਿਆ। ਕਿੱਥੇ ਵੀ ਐਵੇਂ ਆਨੰਦ ਨਹੀਂ ਮਿਲਿਆ, ਇੱਥੇ ਬਹੁਤ ਜਾ ਕੇ ਸਾਨੂੰ ਆਨੰਦ ਮਿਲਿਆ। ਬਹੁਤ ਹੀ ਵੱਡਾ ਉਪਰਾਲਾ ਹੋਇਆ। ਥੈਂਕ ਯੂ ਸੋ ਮਚ ਭੈਣ ਜੀ। ਹਾਂਜੀ, ਕੋਈ ਨਹੀਂ। ਤੇ ਸਿੱਖ ਚੈਨਲ ਦੇ ਵਿਊਅਰਸ ਨੂੰ ਤੇ ਸਿੱਖ ਚੈਨਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਿੱਖ ਚੈਨਲ ਦਾ ਜਿੰਨਾ ਵੀ ਧੰਨਵਾਦ ਕਰੀਏ ਤਾਂ ਥੋੜਾ ਹੀ ਹੈ, ਕਿਉਂਕਿ ਬਹੁਤ ਹੀ ਵੱਡਾ ਉਪਰਾਲਾ ਕਰਦੇ ਨੇ ਤੇ ਸਾਰੀ ਸੰਗਤ ਦਾ ਸਾਥ ਦਿੰਦੇ ਨੇ। ਤੇ ਸੰਗਤ ਵੀ ਵੱਧ ਚੜ੍ਹ ਕੇ ਇਹਨਾਂ ਦਾ ਸਾਥ ਦੇਵੇ ਤਾਂ ਕਿ ਉਹ ਵੀ ਵਧਣ ਤੇ ਅਸੀਂ ਵੀ ਵੱਧ ਸਕੀਏ। ਸਮਝ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਂਟੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਇੱਥੇ ਪਾਏ ਗਏ ਆਂਟੀ, ਤੇ ਇੱਕੋ ਚੌਕੜੇ ਦੇ ਵਿੱਚ ਬਹਿ ਕੇ ਪੂਰਾ ਅਖੰਡ ਪਾਠ ਜਿਹੜਾ ਆ ਉਹਨਾਂ ਨੇ ਕੀਤਾ। ਤੇ ਤੁਸੀਂ ਪਹਿਲੀ ਵਾਰੀ ਇਹੋ ਜਿਹਾ ਨਜ਼ਾਰਾ ਜਿਹੜਾ ਹੈ ਯੂਕੇ ਦੇ ਵਿੱਚ ਦੇਖਿਆ ਹੋਣਾ, ਕੀ ਕਹਿਣਾ ਚਾਹੋਗੇ? ਮੈਂ ਤਾਂ ਬਹੁਤ ਅੱਛਾ ਕਹਿਣਾ ਚਾਹੁੰਦੀ ਹਾਂ ਜੀ। ਬਹੁਤ ਇਹੋ ਜਿਹੀ ਖੁਸ਼ੀ ਮੈਨੂੰ ਕਦੇ ਨਹੀਂ ਮਿਲੀ, ਬਹੁਤ ਖੁਸ਼ੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੱਥੇ ਹੇਜ਼ ਦੀ ਸੰਗਤ ਜਿਹੜੀ ਆ ਸਾਡੇ ਨਾਲ ਆ ਗੁਰਦੁਆਰਾ ਗੁਰੂ ਗਰੀਬ ਨਿਵਾਜ। ਤੇ ਮੈਂ ਪਹਿਲੇ ਵੀ ਇੱਥੇ ਬਹੁਤ ਵਾਰੀ ਆਈ ਹਾਂ ਭੈਣ ਜੀ, ਤੇ ਬਹੁਤ ਮਨ ਜਿਹੜਾ ਹੈ ਖੁਸ਼ ਹੁੰਦਾ ਆ। ਪਹਿਲਾਂ ਵੀ ਸਮਾਗਮ ਇੱਥੇ ਹੋਏ ਨੇ, ਅੱਜ ਦਾ ਉਪਰਾਲਾ ਵੀ ਕਿੰਨਾ ਸੋਹਣਾ ਸੀਗਾ। ਤੇ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਤੇ ਬਹੁਤ ਇਤਨੀ ਸ਼ਕਤੀ, ਇਤਨੀ ਹਿੰਮਤ ਵਾਹਿਗੁਰੂ ਕਿਸੇ ਕਿਸੇ ਨੂੰ ਦਿੰਦਾ, ਸਾਰਿਆਂ ਨੂੰ ਨਹੀਂ ਦਿੰਦਾ ਹੈ। ਇਹ ਬਹੁਤ ਅੱਛੀ ਗੱਲ ਹੈ। ਅਸੀਂ ਵੀ ਉਹਨਾਂ ਦੇ ਦਰਸ਼ਨ ਕੀਤਾ ਤਾਂ ਬਹੁਤ ਅੱਛਾ ਲੱਗਾ ਸਾਨੂੰ। ਹਾਂਜੀ, ਸਾਨੂੰ ਵੀ ਬਹੁਤ ਅੱਛਾ ਲੱਗਿਆ ਕਿ ਅਸੀਂ ਉਹਨਾਂ ਦੇ ਦਰਸ਼ਨ ਕੀਤਾ। ਇਤਨੀ ਹਿੰਮਤ ਪਰਮਾਤਮਾ ਕਿਸੇ ਨੂੰ ਦਿੰਦਾ ਹੈ, ਇਹ ਸਾਰਿਆਂ ਨੂੰ ਨਹੀਂ ਮਿਲਦੀ ਹੈ। ਤਾਂ ਇਹ ਬਹੁਤ ਅੱਜ ਅੱਛਾ ਲੱਗਾ। ਅੱਜ ਦੀ ਸੰਗਤ ਨੂੰ ਵੀ ਦੇ ਦਰਸ਼ਨ ਵੀ ਹੋਏ, ਇਹਨਾਂ ਦੇ ਵੀ ਦਰਸ਼ਨ ਹੋਏ। ਤਾਂ ਚਲੋ ਵਾਹਿਗੁਰੂ ਇੰਝ ਹੀ ਅੱਗੋਂ ਵੀ ਹਿੰਮਤ ਦੇਵੇ, ਇੰਝ ਹੀ ਕਰਦੇ ਰਵਣ ਪਾਠ।
ਕਿਰਪਾ ਤੇ ਹੇਜ਼ ਦੀ ਜਿਹੜੀ ਸੰਗਤ ਆ ਉਹਨਾਂ ਤੇ ਬਹੁਤ ਹੈਗੀ ਆ। ਜਿੱਦਾਂ ਮੈਂ ਦੱਸਿਆ ਕਿ ਤੁਸੀਂ ਭਾਵੇਂ ਸਮਾਗਮ ਹੋਣ, ਭਾਵੇਂ ਕੋਈ ਕੀਰਤਨ ਉਪਰਾਲਾ ਹੋਏ, ਇੱਥੇ ਜਿੰਨੀ ਸੰਗਤ ਇੱਥੇ ਇਕੱਠੀ ਹੁੰਦੀ ਆ ਉਹ ਦੇਖ ਕੇ ਮਨ ਜਿਹੜਾ ਹੈ ਬਹੁਤ ਖੁਸ਼ ਹੁੰਦਾ ਹੈ। ਬਹੁਤ ਘੱਟ ਗੁਰਦੁਆਰੇ ਨੇ ਜਿੱਥੇ ਕਿ ਸੰਗਤ ਇੰਨੀ ਜ਼ਿਆਦਾ ਪਾਰਟਿਸਿਪੇਟ। हाँ जी हाँ जी हाँ, बहुत ज़्यादा खुशी हुई, बहुत खुशी हुई है, थोड़ी खुशी नहीं है, बहुत खुशी है। हाँ जी। ਤੇ ਤੁਸੀਂ ਜਿਹੜੀ ਬੀਬੀਆਂ ਸਪੈਸ਼ਲੀ ਇਸ ਵੇਲੇ ਦੇਖ ਰਹੀਆਂ ਨੇ, ਸਿੱਖ ਚੈਨਲ ਦੇਖ ਰਹੀਆਂ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਗੁਰਦੁਆਰੇ ਜ਼ਰੂਰ ਆਵੋ, ਇਸ ਤਰ੍ਹਾਂ ਦੇ ਦੇਖ ਕੇ ਦਰਸ਼ਨ ਕਰੋ। ਘਰ 'ਚ ਤਾਂ ਬੈਠ ਕੇ ਸਿੱਖ ਚੈਨਲ 'ਚੋਂ ਦਰਸ਼ਨ ਹੋ ਜਾਂਦੇ ਨੇ, ਬਹੁਤ ਅੱਛੀ ਗੱਲ ਹੈ, ਲੇਕਿਨ ਇੱਥੇ ਵੀ ਆ ਕੇ ਸਾਹਮਣੇ ਵੀ ਲਾਈਵ ਵੀ ਦਰਸ਼ਨ ਕਰਨਾ ਜ਼ਰੂਰੀ ਹੈ यार। लाइव का जो दर्शन है वो कुछ अलग ही मज़ा है, वो बहुत अच्छा लगता है सामने। हाँ जी, ਥੈਂਕ ਯੂ ਸੋ ਮਚ ਭੈਣ ਜੀ ਤੁਹਾਡਾ। थैंक यू। वाहिगुरू जी का खालसा। ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਇੱਥੇ ਦੇਖ ਸਕਦੇ ਆ ਕਿ ਨਿਆਣਿਆਂ ਦੇ ਨਾਲ ਅੱਜ ਜਿਹੜੇ ਆ ਲੋਕੀ ਆਏ ਨੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬੱਚਿਆਂ ਦੇ ਨਾਲ ਅੱਜ ਆਏ ਆ। ਮੈਂ ਤੁਹਾਨੂੰ ਅੰਦਰ ਦੀਵਾਨ ਹਾਲ ਦੇ ਵਿੱਚ ਵੀ ਦੇਖਦੀ ਸੀਗੀ ਕਿ ਬਹੁਤ ਰਸ਼ ਸੀਗਾ ਅੱਜ, ਤੇ ਬਹੁਤ ਖੁਸ਼ੀ ਹੋਈ ਕਿ ਸੰਗਤਾਂ ਇੰਨੀ ਹੁੰਮ ਹੁਮਾ ਕੇ ਪਹੁੰਚੀਆਂ ਨੇ, ਤੇ ਤੁਸੀਂ ਫੇਰ ਵੀ ਇੰਨਾ ਐਫਰਟ ਕੀਤਾ, ਬੱਚਿਆਂ ਦੇ ਨਾਲ ਆਏ, ਕੀ ਕਹਿਣਾ ਚਾਹੋਗੇ? ਬਸ ਇਹ ਵਾਹਿਗੁਰੂ ਦੀ ਕਿਰਪਾ ਹੈ ਕਿ ਸਾਨੂੰ ਲੈ ਕੇ ਆਏ ਨੇ ਆਪਣੇ ਦਰਬਾਰ ਵਿੱਚ, ਬਸ ਹੋਰ ਕੁਝ ਨਹੀਂ ਕਹਿ ਸਕਦੇ। ਤੁਸੀਂ ਹੇਜ਼ ਇੱਥੇ ਦੀ ਕਮਿਊਨਿਟੀ ਦੇ ਹਮੇਸ਼ਾ ਆਉਂਦੇ ਰਹਿੰਦੇ ਹੋ? ਹਾਂਜੀ ਹਾਂਜੀ ਹਾਂਜੀ, ਹਮੇਸ਼ਾ ਅਸੀਂ ਆਉਂਦੇ ਰਹਿੰਦੇ ਆ, ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਤਾਂ ਆਉਂਦੇ ਰਹਿੰਦੇ ਆ। ਅੱਗੇ ਵਾਹਿਗੁਰੂ ਦੀ ਮਰਜ਼ੀ ਕਬ ਤੱਕ ਕਾੜੇ ਦਰਸ਼ਨ ਕਰਵਾਉਣਗੇ। ਬਹੁਤ ਸੋਹਣਾ ਲੱਗਿਆ। ਤੁਸੀਂ ਸਿੱਖ ਚੈਨਲ ਦੇ ਬਾਰੇ ਕੀ ਕਹਿਣਾ ਚਾਹੋਗੇ? ਸਾਡੇ ਵਿਊਅਰਸ ਦੇ ਬਾਰੇ ਕੀ ਕਹਿਣਾ ਚਾਹੋਗੇ? ਬਸ ਇਹੀ ਕਹਿਣਾ ਚਾਹੁੰਦੇ ਆ ਕਿ ਸਾਰੇ ਰਲ ਮਿਲ ਕੇ ਰਹੋ, ਗੁਰਦੁਆਰੇ ਦੇ ਦਰਸ਼ਨ ਕਰੋ, ਔਰ ਕੁਝ ਨਹੀਂ ਕਹਿਣਾ। ਮਹਾਰਾਜ ਇਸ ਤਰੀਕੇ ਨਾਲ ਕੌਰ ਦੇਵੇ, ਸਿਰ ਤੇ ਹੱਥ, ਮੇਰੇ ਪਰ ਹੱਥ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, as we can see, some young Singhs have joined us today. I've always seen the community of Hayes coming together for various samagams, kirtan uprale. It's so lovely to see, kids and elderly, everybody just getting together, no matter what the occasion is. What do you want to say about this vibe at this place? I want to say that it's really wonderful that everyone's getting together as a community. We can social, and being always at home isn't good, and we should always attend these such things. Yeah. I'm told that the Paiji did Khand Path for 48 hours continuously. I personally have never seen that ever in my life, and I'm sure for somebody as young as you, this is for the first time. But then, how lucky you are that you got to witness something like that. Here in UK, it's a big thing. Yeah, it's really wonderful. It's really wonderful. It's really amazing that yeah, it's really amazing. Yeah. What do you have to say to the viewers of Sikh Channel? Honestly, I don't know what to say. I don't understand how he did this, but I respect him for doing this. I could never do this. Never say never. We never know. Maharaj may bless you, and you may also be able to do that. I may be able, but it's really hard to do this. Yeah. It's really hard for a person to sit there for 48 hours, not moving, no eating, no food, nothing. It is an inspiration, the Paiji is. Yeah, really inspiring. My mum told me all about him, the person. Yeah. Any last few words before we sign off? Yeah, I just want to say that you should never give up. And if you want to be like the person who did 48 hours, you should never give up because you just seen it in person. If someone can do it, you can do it too. If you see someone do it, it's not impossible. That means you can do it. It's Thank you very much. thank you. ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਅੱਜ ਕਿੰਨਾ ਸੋਹਣਾ ਲੱਗ ਰਿਹਾ ਹੈ ਕਿ ਇੱਕ ਅਲੱਗ ਤਰੀਕੇ ਦਾ ਮਾਹੌਲ ਬਣਿਆ ਹੈਗਾ। ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ। बहुत प्यारे लगे, बहुत अच्छा लग गया। खास करके सारे बच्चे परिवार सब सारी संगत रली मिली जुड़ी हुई है। ते भाई जी साढ़े 24-48 घंटे बैठे ने, ये बहुत बड़ा मज़ा है। और अगर सरबत नो अहमद देवे, सरबत नो सिख संगत नो ऐसे अहमद देवे। और साढ़े नसीबा दा बस यही दर्शन आए, दर्शन हो गए साढ़े अपने नसीबा के दर्शन किते। ਮੈਂ ਉਹੀ ਪੁੱਛਣ ਲੱਗੀ ਸੀਗੀ ਕਿ ਦੇਖ ਕੇ ਇੱਦਾਂ ਜੀ ਚਾਹੁੰਦਾ ਹੈ ਕਿ ਸਾਡੇ ਬੱਚੇ ਵੀ ਕਿਸੇ ਦਿਨ ਇਸ ਤਰੀਕੇ ਨਾਲ ਸਿੱਖੀ ਦੇ ਨਾਲ ਜੁੜੇ। बिल्कुल बिल्कुल, ज़्यादा तो ज़्यादा मैं कहने जिन्ना भी हो सके साढ़े सिक्खे दे बच्चे सिक्खी ना जुड़न। गुरु नानक देव जी तो लैके गुरु ग्रंथ साहब तक सारे सब ना भी याद करन, सब कुछ बच्चे ने ही हिम्मत। असी आप माँ प्यो हिम्मत देवे तो बच्चे हिम्मत करन ना। तो गुरुद्वारे लियाने दी भी माँ प्यो का फर्ज है कि माँ प्यो गुरुद्वारे लैके आवे बच्चे ना। सिख
ਸਿੱਖ ਚੈਨਲ ਦੇ ਵਿਊਅਰਸ ਨੂੰ, ਜਿੰਨੀ ਬੀਬੀਆਂ ਇਸ ਵੇਲੇ ਤੁਹਾਨੂੰ ਸੁਣ ਰਹੀਆਂ ਹੈਗੀਆਂ ਨੇ ਸਪੈਸ਼ਲੀ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? यही कहने बीबियां ना हो कि अपने बच्चे ने गुरुद्वारे लेके आए करन, गुरु के बारे इतिहास के बारे सिक्खी सर मतलब सुनाया करन कि साड़ा इतिहास किहो जिहा इस तरह गुजरे या साडे गुरुआं ते ये बीती है, सारा इतिहास मां का फर्ज है कि बच्चे नूं दिखाया करन। कोई नहीं, वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਤੇ ਬਹੁਤ ਹੀ ਮਹਾਰਾਜ ਦੀ ਕਿਰਪਾ। ਤੇ ਅਸੀਂ ਛੋਟੇ ਹੁੰਦੇ ਨਾ, ਜਦੋਂ ਹੁੰਦੇ ਸੀ ਦਾਦਾ ਦਾਦੀ ਦੱਸਦੇ ਸਾਡੇ ਵੀ ਸੁੰਦਰ ਸਿੰਘ ਕੈਨੇਡੀਅਨ ਹੁੰਦੇ ਸੀ ਟੱਲੇ ਵਾਲੇ ਬਰਨਾਲਾ ਡਿਸਟ੍ਰਿਕਟ ਦੇ ਵਿੱਚ, ਉਹਨਾਂ ਨੇ ਪਾਠ ਕੀਤਾ ਸੀ ਇਹ। ਪਰ ਅਸੀਂ ਹੁਣ ਅੱਖੀਂ ਆਪ ਦੇਖ ਲਿਆ ਵੀ ਮਹਾਰਾਜ ਕੁਛ ਵੀ ਕਰਾ ਸਕਦੇ ਹਨ। ਜੇ ਤੁਸੀਂ ਬਰਨਾਲੇ ਦੀ ਗੱਲ ਕੀਤੀ ਤੇ ਇੱਥੇ ਤੁਸੀਂ ਅੱਜ ਯੂਕੇ ਦੀ ਧਰਤੀ ਤੇ ਹੈਗੇ ਆ ਤੇ ਇੱਥੇ ਆ ਕੇ ਵੀ ਇਸ ਤਰੀਕੇ ਨਾਲ ਸਿੱਖੀ ਕਾਇਮ ਹੈਗੀ ਆ। ਤੇ ਕਦੋਂ ਤੁਸੀਂ ਛੋਟੇ ਹੁੰਦੇ ਗੱਲ ਸੁਣੀ, ਪਰ ਅੱਜ ਵੀ ਤੁਸੀਂ ਇਨਸਪਾਇਰਸ ਦੈਮ ਔਰ ਫਿਰ ਉਹ ਸਿੱਖੀ ਦੇ ਰਾਹ ਪਾਏ ਜਾਂਦੇ, ਇਹ ਕੀ ਗੱਲ ਹੈ? ਕਾਰਨ ਇਹ ਹੈ ਜੀ, ਇੱਥੇ ਆ ਕੇ ਨਾ ਬੰਦਾ ਜਦੋਂ ਕੁਛ ਤਾਂ ਮੰਨ ਲਓ ਵੀ ਜਦੋਂ ਬੰਦਾ ਘਿਰਿਆ ਹੁੰਦਾ ਚਾਰੇ ਪਾਸੇ, ਮਹਾਰਾਜ ਦਾ ਓਟ ਆਸਰਾ ਲੈਂਦਾ ਤੇ ਇੱਕ ਮਹਾਰਾਜ ਦਾ ਪਤਾ ਲੱਗ ਜਾਂਦਾ ਵੀ ਇਸ ਤੋਂ ਵੱਡਾ ਕੁਛ ਨਹੀਂ। ਮੈਂ ਵੀ ਇੱਦਾਂ ਜਿੰਨੇ ਅਸੀਂ ਫਰੈਂਡ ਸੀ ਸਰਕਲ ਦੇ ਵਿੱਚ, ਸਾਰਿਆਂ ਨੇ ਹੀ ਜਦੋਂ ਰੱਖਿਆ ਤੇ ਬਾਅਦ ਦੇ ਵਿੱਚ ਪਹਿਲਾਂ ਮੈਂ ਕੇਸ ਰੱਖੇ, ਫਿਰ ਦਸਤਾਰ ਸਵਾਈ, ਫਿਰ ਉਸ ਤੋਂ ਬਾਅਦ ਦਾੜੀ ਰੱਖੀ, ਫਿਰ ਅੰਮ੍ਰਿਤ ਛਕਿਆ। ਇਹ ਸਾਰੀ ਮਹਾਰਾਜ ਨੇ, ਮੈਨੂੰ ਨਹੀਂ ਪਤਾ ਲੱਗਿਆ ਮਹਾਰਾਜ ਨੇ ਕਿੱਦਾਂ ਕਿਰਪਾ ਕਰ ਦਿੱਤੀ ਹੈ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੋ, ਸਿੱਖ ਚੈਨਲ ਜਦੋਂ ਦਾ ਵੀ 2009 ਤੋਂ ਗੁਰੂ ਦੀ ਕਿਰਪਾ ਦੇ ਨਾਲ ਸਿੱਖ ਚੈਨਲ ਦੀ ਸੇਵਾ ਕਰ ਰਿਹਾ ਹੈ। ਸਿੱਖ ਸੰਗਤਾਂ ਦੀ ਨਵੇਂ ਤੋਂ ਨਵੇਂ ਪ੍ਰੋਗਰਾਮ, ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਰੂਬਰੂ ਕਰੀਏ। ਅਤੇ ਅੱਜ ਸਿੱਖ ਚੈਨਲ ਦੀ ਟੀਮ ਆਈ ਹੈ ਗਰੀਬ ਨਵਾਜ ਗੁਰਦੁਆਰਾ ਹੇਜ, ਸਪਰਿੰਗਫੀਲਡ ਰੋਡ, ਕਿਉਂਕਿ ਇੱਥੇ ਹਰ ਸਾਲ ਭਾਈ ਗਜਿੰਦਰ ਸਿੰਘ ਪੰਜਾਂ ਪਿਆਰਿਆਂ ਦੀ ਸੇਵਾ ਨਿਭਾਉਂਦੇ ਆ ਅਤੇ ਅਫਗਾਨੀ ਸੰਗਤਾਂ ਅਤੇ ਸਮੂਹ ਇੱਥੇ ਦੀਆਂ ਸੰਗਤਾਂ ਰਲ ਮਿਲ ਕੇ ਅਖੰਡ ਪਾਠ ਸਾਹਿਬ ਕਰਾਉਂਦੀਆਂ। ਸਰਬੱਤ ਦੇ ਭਲੇ ਦੇ ਅਖੰਡ ਪਾਠ ਸਾਹਿਬ ਹੋਏ, ਜਿਹੜੇ ਕਿ 48 ਘੰਟੇ ਆਪ ਨੂੰ ਪਤਾ ਹੀ ਹੈ ਕਿ ਜਪਾ ਜਪ ਤੁਰਦੀ ਬਾਣੀ ਦੇ ਪਾਠ ਹੋਏ, ਜਿਨ੍ਹਾਂ ਦੇ ਵਿੱਚ ਬਾਬਾ ਰਾਜਾ ਸਿੰਘ ਜੀ ਹੁਣਾਂ ਨੇ ਇੱਕ ਚੌਂਗੜੀ ਦੇ ਉੱਤੇ ਪਾਠ ਕੀਤਾ ਅਤੇ ਉਹਨਾਂ ਨਾਲ ਵੀ ਤੁਹਾਡੀ ਰੂਬਰੂ ਕਰਾਵਾਂਗੇ। ਅਤੇ ਨਾਲ ਹੀ ਜਪਜੀ ਸਾਹਿਬ ਦੇ ਪਾਠ ਭਾਈ ਰਮਨਪ੍ਰੀਤ ਸਿੰਘ ਜੀ ਮਾਨ ਸਾਹਿਬ ਬਡਲਾਡਾ, ਇਹਨਾਂ ਨੇ ਵੀ ਗੁਰੂ ਪਿਆਰਿਓ 48 ਘੰਟਿਆਂ 'ਚੋਂ ਇੱਕ ਵਾਰੀ ਬ੍ਰੇਕ ਕੀਤੀ 4-5 ਮਿੰਟ ਦੀ, ਇਹਨਾਂ ਵੀ ਚੌਂਗੜਾ ਮਾਰ ਕੇ ਜਪਜੀ ਸਾਹਿਬ ਦੇ ਨਿਰੰਤਰ ਪਾਠ ਕੀਤੇ। ਅਤੇ ਨੌਜਵਾਨ ਉਹਨਾਂ ਦੇ ਨਾਲ ਰੂਬਰੂ ਹੁੰਦੇ ਆ ਜੀ। ਭਾਈ ਰਮਨਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਮਨਪ੍ਰੀਤ ਸਿੰਘ ਜੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ, ਗੁਰੂ ਨੇ ਕਿਰਪਾ ਕਰਕੇ ਤੁਹਾਡੇ ਤੋਂ ਸੇਵਾ ਲੈ ਰਹੇ ਆ। ਆਪਣੇ ਪਿਛੋਕੜ ਬਾਰੇ ਦੱਸੋ ਕਿ ਆਪਣਾ ਪਿਛੋਕੜ ਕੀ ਆ, ਕਿੱਥੋਂ ਵਿਦਿਆ ਹਾਸਲ ਕੀਤੀ ਅਤੇ ਕਿੰਨੀ ਹਾਸਲ ਕੀਤੀ, ਅਤੇ ਕਿਸ ਤਰ੍ਹਾਂ ਤੁਸੀਂ ਜਿਹੜੀ ਆ ਇੰਗਲੈਂਡ ਦੇ ਵਿੱਚ ਅਡਾਰੀ ਕਦੋਂ ਮਾਰੀ? ਭਾਈ ਸਾਹਿਬ ਜੀ ਦਾਸ ਦਾ ਜਨਮ 96 ਦੇ ਵਿੱਚ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਅਸੀਂ ਬਠਿੰਡਾ ਰਹੇ ਹਾਂ। 5ਵੀਂ ਤੱਕ ਦੀ ਐਜੂਕੇਸ਼ਨ ਬਠਿੰਡਾ ਹੋਈ ਆ। ਉਸ ਤੋਂ ਬਾਅਦ ਦੀ ਐਜੂਕੇਸ਼ਨ ਪਿੰਡ ਵਿੱਚ ਹੋਈ ਆ, ਬੜਲਾਡਾ ਪਿੰਡ ਦੇ ਵਿੱਚ। ਦਾਸ ਦੇ ਪੇਰੈਂਟਸ ਦੋਨੋਂ ਗਵਰਨਮੈਂਟ ਜੋਬ 'ਤੇ ਹੈਗੇ ਆ ਅਤੇ ਉਹਨਾਂ ਸਦਕਾ ਕਿ ਜਦੋਂ ਜੋਬ ਮਿਲੀ ਆ ਅਤੇ ਅਸੀਂ ਫਿਰ ਪਿੰਡ ਸ਼ਿਫਟ ਹੋ ਗਏ ਸੀਗੇ ਜੀ। ਅਤੇ ਤੁਹਾਡੀ ਉਮਰ ਗੁਰੂ ਪਿਆਰੋ 26-27 ਸਾਲ ਦੀ ਉਮਰ ਦਾ ਇਹ ਨੌਜਵਾਨ ਆ। ਅਤੇ ਫਿਰ ਇੱਥੇ ਜਦੋਂ ਤੁਸੀਂ ਇੰਗਲੈਂਡ ਆਏ, ਕਿਹੜੇ ਬੇਸ 'ਤੇ ਆਏ? ਇੰਗਲੈਂਡ 2019 ਦੇ ਵਿੱਚ ਦਾਸ ਆਇਆ ਸੀਗਾ ਸਟੱਡੀ ਵੀਜ਼ਾ ਦੇ ਬੇਸ 'ਤੇ, ਅਤੇ ਉਹ ਮੈਨੇਜਮੈਂਟ ਦੇ ਵਿੱਚ ਸਟੱਡੀ ਸੀਗੀ, ਮਾਸਟਰਸ ਡਿਗਰੀ। ਉਹ ਕੁਆਲੀਫਾਈ ਕਰਨ ਤੋਂ ਬਾਅਦ PSW ਰਾਊਟ ਇਹਨਾਂ ਨੇ ਲਾਂਚ ਕੀਤਾ ਸੀ ਇੰਗਲੈਂਡ ਨੇ, ਉਹਦੇ ਬੇਸ 'ਤੇ ਵਰਕ ਪਰਮਿਟ 'ਤੇ ਆ। ਵਰਕ ਪਰਮਿਟ 'ਤੇ ਆਏ ਤੁਸੀਂ, ਅਤੇ ਜਦੋਂ ਤੁਸੀਂ ਉੱਥੋਂ ਆਏ ਤੁਹਾਡਾ ਪਿਛਲਾ ਜਿਹੜਾ ਪਰਿਵਾਰ ਸੀ ਉਹ ਗੁਰਸਿੱਖੀ ਦੇ ਵਿੱਚ ਹੀ, ਜਾਂ ਕਿੱਥੋਂ ਤੁਹਾਨੂੰ ਲੱਗਣ ਲੱਗੀ ਇਹ ਗੁਰਸਿੱਖੀ ਦੀ? ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦਾਸ ਇਹੀ ਕਹੇਗਾ ਕਿ ਹਾਲੇ ਤੱਕ ਪਰਿਵਾਰ ਦੇ ਵਿੱਚ ਕੋਈ ਅੰਮ੍ਰਿਤਧਾਰੀ ਨਹੀਂ ਹੈਗਾ, ਠੀਕ ਹੈ, ਕਿਉਂਕਿ ਨਾਨਕੇ ਫਤਿਹਾਬਾਦ ਹਰਿਆਣੇ 'ਚ ਆ ਅਤੇ ਦਾਦਕੇ ਵੀ ਇੱਥੇ ਪੰਜਾਬ 'ਚ ਆ ਗਏ ਆਪਣੇ। ਅਤੇ ਦਾਸ ਪਹਿਲਾ ਮੈਂਬਰ ਆਪਣੇ ਪਰਿਵਾਰ ਦਾ ਜਿਸ ਨੇ ਅੰਮ੍ਰਿਤ ਛਕਿਆ। ਅਤੇ ਅੰਮ੍ਰਿਤ ਛਕਣ ਦਾ ਮੇਨ ਕਾਰਨ ਇੱਦਾਂ ਹੈ ਕਿ ਲਾਈਕ ਸਕੂਲਸ ਦੇ ਵਿੱਚ ਆਪਾਂ ਨੂੰ ਇੰਨੀ ਐਜੂਕੇਸ਼ਨ ਨਹੀਂ ਦਿੱਤੀ ਜਾਂਦੀ ਸਿੱਖ ਰਿਲੀਜਨ ਦੇ ਬਾਰੇ। ਉਹ ਕਵਰ ਅਪ ਕੀਤਾ ਹੁੰਦਾ ਉੱਤੋਂ ਕਿ ਤੁਹਾਡੇ ਗੁਰੂ ਇਹਨਾਂ ਨੇ ਇਹ ਕੀਤਾ ਸੀਗਾ। ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਫਾਰਮੈਲਿਟੀ ਪੂਰੀ, ਫਾਰਮੈਲਿਟੀ ਕਿ ਅਸੀਂ ਰਿਲੀਜਨ ਪੜ੍ਹਾ ਰਹੇ ਹਾਂ ਤੁਹਾਨੂੰ। ਬਟ ਦਾਸ ਜਦੋਂ 10ਵੀਂ ਕਕਸ਼ਾ ਦੇ ਵਿੱਚ ਸੀਗਾ 2010-11 ਦੇ ਵਿੱਚ, ਉਦੋਂ ਕੁਛ ਕੁ ਸਿੰਘ ਗ੍ਰਿਫਤਾਰ ਕੀਤੇ ਗਏ ਸੀ ਪੁਲਿਸ ਦੁਆਰਾ ਕਿ ਉਹਨਾਂ ਕੋਲ ਕਿਤਾਬਾਂ ਸੀਗੀਆਂ, ਕੁਛ ਸੰਤਾਂ ਬਾਰੇ ਉਹਨਾਂ ਨੇ ਗੱਲ ਕੀਤੀ ਸੀਗੀ, ਹੱਕ ਦੇ ਵਿੱਚ ਗੱਲ ਕੀਤੀ ਸੀ। ਉੱਥੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜੀਵਨ ਦਾਸ ਨੇ ਪੜ੍ਹਨਾ ਸ਼ੁਰੂ ਕੀਤਾ। ਹੁਣ ਪੰਜਾਬ ਦੇ ਵਿੱਚ ਉਸ ਮੌਕੇ ਕਿਤਾਬਾਂ ਮਿਲਣੀਆਂ ਬੜੀਆਂ ਔਖੀਆਂ ਸਨ, ਕਿਉਂਕਿ ਤੁਸੀਂ ਨਾਮ ਵੀ ਲੈਣਾ ਇੱਕ ਕਹਿ ਲਓ ਕਿ ਗੁਨਾਹ ਸੀਗਾ ਤੁਹਾਡਾ। ਅਤੇ
ਕੁਛ ਇਹ ਕਿ ਪੰਜਾਬ ਦਾ ਹਿੱਸਾ ਜੋ ਆਪਾਂ ਕਹਿ ਲਈ ਕਿ ਇਤਿਹਾਸ ਦਾ ਹਿੱਸਾ ਹੈ ਜ਼ਿਆਦਾ। ਆਪਾਂ 84 to 96 ਗੱਲ ਅਗਰ ਕਰਦੇ, ਸ਼ਹੀਦੀਆਂ ਹੋਈਆਂ, ਨਿਰੰਤਰ ਸ਼ਹੀਦੀਆਂ ਹੋਈਆਂ, ਕੋਈ ਪਰਿਵਾਰ ਨਹੀਂ ਹੋਣਾ। ਜਾਂ ਆਪਾਂ ਇੱਦਾਂ ਕਹਿ ਲਈਏ ਕਿ ਉਹਨਾਂ ਸਮਿਆਂ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਦੇ ਵਿੱਚ ਕੋਈ ਬਰਾਤ ਨਹੀਂ ਚੜੀ, ਕਿਉਂਕਿ ਸਾਰੇ ਹੀ ਜਿਹੜੇ ਆ ਉਹ ਤਕਰੀਬਨ ਸ਼ਹੀਦ ਕਰ ਦਿੱਤੇ ਗਏ ਨੌਜਵਾਨ, ਅਤੇ ਇਸ ਕਰਕੇ ਆਮ ਹੀ ਕਹਾਵਤ ਆ ਸਟੇਜਾਂ ਦੇ ਉੱਤੇ ਕਿ ਇੰਨੇ ਸਾਲ ਜਿਹੜੀ ਉੱਥੇ ਕੋਈ ਬਰਾਤ ਨਹੀਂ ਚੜੀ। ਜੀ, ਸਤ ਵਚਨ ਬਾਬਾ ਜੀ, ਬਿਲਕੁਲ ਤੁਸੀਂ ਸਹੀ ਕਿਹਾ, ਇੱਦਾਂ ਹੀ ਹੋਇਆ ਉੱਥੇ। ਕਿਉਂਕਿ ਜੇ ਆਪਾਂ ਮਾਝੇ ਦੀ ਗੱਲ ਕਰਦੇ ਹਾਂ ਤਾਂ ਮਾਝੇ ਦੇ ਵਿੱਚ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਕੋਈ ਬਰਾਤ ਨਹੀਂ ਚੜੀ ਹੈ, ਸ਼ਹੀਦੀਆਂ ਹੋਈਆਂ, ਕਿਸੇ ਦਾ ਕਿੱਥੇ ਐਨਕਾਊਂਟਰ ਕੀਤਾ, ਕਿਸੇ ਦਾ ਕਿੱਥੇ ਕੀਤਾ, ਪਤਾ ਵੀ ਨਹੀਂ ਲੱਗਦਾ ਹੁੰਦਾ ਸੀ ਕਿ ਉਹਨਾਂ ਦੀ ਲਾਸ਼ ਘਰੇ ਆਈ ਹੈ ਕਿ ਨਹੀਂ ਆਈ ਆ। ਹੁਣ ਇਹ ਚੀਜ਼ ਬਾਰੇ ਆਪਣੀ ਜਿਹੜੀ ਯੂਥ ਆ, ਹੁਣ ਕਹਿ ਲਓ ਕਿ ਉਹ ਜ਼ਿਆਦਾ ਫੋਰਨ ਨੂੰ ਭੱਜਦੀ ਆ, ਉਹ ਇੱਧਰ ਇੰਨਾ ਧਿਆਨ ਨਹੀਂ ਦਿੰਦੀ। ਜੇ ਅਗਰ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਗੱਲ ਕਰੀਏ, ਉਹਨਾਂ ਨੇ ਬੜੀ ਵਧੀਆ ਮੁਹਿੰਮ ਚਲਾਈ ਆ, ਖਾਲਸਾ ਵੀਰ ਚਲਾ ਕੇ ਉਹਨਾਂ ਨੇ ਬੜੇ ਮਤਲਬ ਭਟਕੇ ਹੋਏ ਲੋਕਾਂ ਨੂੰ, ਆਪਣੇ ਜਿਹੜੇ ਨੌਜਵਾਨ ਸੀਗੇ, ਜਿਹੜੇ ਡਰੱਗ ਐਡਿਕਟ ਸੀਗੇ, ਉਹਨਾਂ ਨੂੰ ਵਾਪਸ ਲੈ ਕੇ ਆਏ ਆ। ਅਤੇ ਇਹ ਜਦ ਕਿ ਇਹ ਚੀਜ਼ਾਂ 96 80-90s ਦੇ ਵਿੱਚ ਵੀ ਚੱਲਣੀਆਂ ਜ਼ਰੂਰੀਆਂ ਸੀ, ਬਟ ਉਹ ਆਪਣੇ ਜਿਹੜੇ ਕਹਿ ਲਓ ਕਿ ਘਰ ਦਾ ਲਿੰਕ ਹੀ ਪਤਾ, ਘਰ ਦਾ ਭੇਦੀ ਲੰਕਾ ਢਾਏ, ਅਤੇ ਉਹਦੇ ਕਰਕੇ ਇਹ ਹੈ ਕਿ ਸਾਰਾ ਕੁਝ ਖਤਮ ਹੋਇਆ। ਪੋਲੀਟੀਕਲ ਫੈਮਲੀਜ਼ ਹੈਗੀਆਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਠੀਕ ਹੈ, ਚਾਹੇ ਕਾਂਗਰਸ ਹੈ ਚਾਹੇ ਅਕਾਲੀ, ਦੋਨੋਂ ਹੀ ਆ। ਉਹ ਇਹ ਹੈ ਕਿ ਵੰਡ ਕੇ ਛਕਣਾ ਦੋਨਾਂ ਨੇ, ਆਮ ਲੋਕ ਦੀ ਕਿਤੇ ਸੁਣਵਾਈ ਨਹੀਂ ਹੈਗੀ। ਅਤੇ ਫਿਰ 2010 ਦੇ ਵਿੱਚ ਸੰਤਾਂ ਦਾ ਜੀਵਨ ਹੌਲੀ ਹੌਲੀ ਨੈੱਟ ਤੋਂ ਸਰਚ ਕਰਨਾ ਸ਼ੁਰੂ ਕੀਤਾ ਸੀਗਾ। ਉਦੋਂ ਕਿਸੇ ਦੀ ਮਤਲਬ ਵੈਬਸਾਈਟ ਮਿਲਦੀ ਸੀ, ਉੱਥੋਂ ਪੜ੍ਹਦੇ ਸੀਗੇ, ਅਤੇ ਮਿਕਸ ਕਮੈਂਟ ਹੁੰਦੇ ਸੀਗੇ। ਕੋਈ ਕਹਿੰਦੇ ਸੀ ਕਿ ਸੰਤਾਂ ਨੇ ਇੱਦਾਂ ਕੀਤਾ, ਕੋਈ ਕਹਿੰਦੇ ਸੰਤਾਂ ਨੇ ਇੱਦਾਂ ਕੀਤਾ, ਪਰ ਦਾਸ ਉਦੋਂ ਗੁਰਬਾਣੀ ਦੇ ਨੇ ਟੱਚ 'ਚ ਨਹੀਂ ਸੀਗਾ। ਬਟ ਉਹ ਤੁੱਕਾਂ, ਜੇ ਆਪਾਂ ਪੰਗਤੀਆਂ ਦੀ ਗੱਲ ਕਰਦੇ ਹਾਂ ਜਦੋਂ, ਅਤੇ ਉਹ ਪੰਗਤੀਆਂ ਤੁਸੀਂ ਸਮਝਦੇ ਆ, ਫਿਰ ਤੁਹਾਨੂੰ ਸਮਝ ਆਉਂਦਾ ਕਿ ਜੋ ਸਮਾਂ ਸੰਤਾਂ ਵੇਲੇ ਸੀਗਾ, ਜੇ ਆਪਾਂ ਕਹਿ ਲਈਏ ਕਿ 47 ਦੀ ਜਦੋਂ ਵੰਡ ਹੋਈ ਆ, ਉਦੋਂ ਸੀਗਾ। ਜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੀ ਗੱਲ ਕਰੀਏ, ਉਹ ਤੁਸੀਂ ਫਿਰ ਉਹਨਾਂ ਪੰਗਤੀਆਂ ਦੇ ਹਿਸਾਬ ਨਾਲ ਚੱਲ ਸਕਦੇ ਹਾਂ। ਜਾਂ ਫਿਰ ਆਪਾਂ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਦੀ ਗੱਲ ਕਰੀਏ, ਉਦੋਂ ਵੀ ਕੁਛ ਕੁ ਸਿੰਘ ਹੀ ਨਾਲ ਚੱਲੇ ਸੀਗੇ। 84 ਦੇ ਵਿੱਚ ਵੀ ਕੁਛ ਕੁ ਸਿੰਘ ਨਾਲ ਚੱਲੇ ਆ। ਅੱਜ ਦਾ ਸਮਾਂ ਵੀ ਵੇਖ ਲਓ, ਅੱਜ ਤੁਸੀਂ ਕਹਿ ਦਿਓ ਕਿ ਭਾਜੀ ਆਪਾਂ ਗੱਲ ਕਰਨੀ ਹੈ ਕਿਤੇ ਮਤਲਬ ਪੰਥ ਲਈ ਕੰਮ ਕਰਨਾ, ਉਹ ਪਹਿਲਾਂ ਡਰਦੇ ਕਿ ਸਾਨੂੰ ਜੇਲ੍ਹ ਨਾ ਹੋ ਜਾਵੇ। ਬਿਲਕੁਲ ਜੀ, ਇੱਦਾਂ ਕਹਿ ਲਈਏ ਕਿ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਢੁਕ ਪੈਂਦੀ, ਉਹ ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ। ਬਿਲਕੁਲ ਸਤ ਬਚਨ ਬਾਬਾ ਜੀ, ਕਿਉਂਕਿ ਅੰਮ੍ਰਿਤ ਛਕਣਾ ਉਹੀ ਹੈ ਨਾ, ਕਿ ਜਿੱਦਾਂ ਕਈ ਕਥਾਵਾਚਕ ਵੀ ਆਪਣੀ ਗੱਲ ਕਰਦੇ ਕਿ ਜੇਕਰ ਕੇਸ ਰੱਖਣ ਦੀ ਇੰਨੀ ਕੰਪਲਸ਼ਨ ਨਾ ਹੁੰਦੀ, ਠੀਕ ਹੈ, ਅਤੇ ਫਿਰ ਸਾਰੇ ਸਿੱਖ ਹੀ ਹੋਣੇ ਸੀਗੇ। ਪਰ ਇਹ ਜਿੱਦਾਂ ਹੁਣ ਮਨੁੱਖ ਨੇ ਜਨਮ ਲਿੱਤਾ, ਉਹਨੂੰ ਉੱਦਾਂ ਹੀ ਰਹਿਣਾ ਚਾਹੀਦਾ, ਅਤੇ ਫਿਰ ਸਾਰੇ ਹੀ ਸਿੱਖ ਹੋਣਗੇ। ਫਿਰ ਸਾਰੀ ਉਹੀ ਗੱਲ ਹੈ ਨਾ ਕਿ ਇੱਕ ਜਿਹੜਾ ਤੁਹਾਡਾ ਕੋਰ ਇਸ਼ੂ ਹੈ, ਜਿਹੜਾ ਕਿ ਆਪਾਂ ਵਾਹਿਗੁਰੂ ਦਾ ਕਰ ਲਈਏ, ਅੱਲਾ ਦਾ ਕਰ ਲਈਏ, ਰਾਮ ਦਾ ਕਰ ਲਈਏ, ਰਹੀਮ ਦਾ ਕਰ ਲਈਏ, ਚਾਹੇ ਆਪਾਂ ਯਿਸ਼ੂ ਕ੍ਰਾਈਸਟ ਜਿਹੜੇ ਹੈਗੇ ਆ, ਕਿਸੇ ਦਾ ਵੀ ਆਪਾਂ ਕੋਰ ਇਸ਼ੂ ਦੇਖੀਏ, ਉਹਨਾਂ ਨੂੰ ਹੁੰਦਾ ਕਿ ਅਸੀਂ ਆਪਦੇ ਪੈਗੰਬਰ ਨੂੰ, ਪੀਰ ਨੂੰ, ਗੁਰੂ ਨੂੰ ਵੱਧ ਚੜ੍ਹਾ ਕੇ ਦਿਖਾਉਣਾ ਚੰਗੀ ਗੱਲ ਆ, ਪਰ ਉਹਦੇ 'ਚ ਕੱਟੜਤਾ 'ਚ ਲੋਕੀ ਫਸ ਜਾਂਦੇ ਆ। ਠੀਕ ਹੈ, ਉਹ ਇਹ ਭੁੱਲ ਜਾਂਦੇ ਕਿ ਹੋਰ ਵੀ ਕਿੰਨੇ ਰਿਲੀਜਨ ਆ ਯਾ। ਅਤੇ ਉਸ ਤੋਂ ਬਾਅਦ ਉਹ ਆਪਣੇ ਪਰ ਸਿੱਖ ਪੰਥ ਦੇ ਵਿੱਚ ਕੀ ਆ, ਆਪਣੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ, ਉਹਨਾਂ ਨੇ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਹੈ ਜਾ ਕੇ। ਬਿਲਕੁਲ ਜੀ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੋਬਿੰਦ ਸਿੰਘ ਸੁਨਤੋਤੀ ਸਾਹਿਬ ਕੀ ਬੜੀ ਕੁਰਬਾਨੀਆਂ। ਅਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਇੰਡੀਆ ਤੋਂ ਆਏ, ਤੁਸੀਂ ਮੋਨੇ ਸੀ? ਹਾਂਜੀ, ਬਿਲਕੁਲ ਮੋਨਾ ਸੀਗਾ। ਅਤੇ ਵੇਖੋ ਗੁਰੂ ਪਿਆਰਿਓ, ਬਾਪ ਵੀ ਮੋਨਾ, ਇਹ ਮੋਨੇ ਸੀ। ਇਸੇ ਕਾਰਨ ਕਰਕੇ ਕਹਿੰਦੇ ਕਿ ਆਪਣਾ ਇਤਿਹਾਸ ਪੜ੍ਹੋ, ਇਤਿਹਾਸ ਜੀਂਦੀਆਂ ਜਾਗਦੀਆਂ ਕੌਮਾਂ ਦਾ ਜਿਹੜਾ ਵਾ ਉਹ ਬਣਦਾ ਵਾ। ਅਤੇ ਫਿਰ ਤੁਸੀਂ ਕਿੱਦਾਂ ਇਸ ਸਿੱਖੀ ਦੇ ਵਿੱਚ ਆਏ, ਅਤੇ ਕਿਸ ਤਰ੍ਹਾਂ ਤੁਹਾਨੂੰ ਇਹ ਲੱਗਣ ਲੱਗੀ ਬਾਣੀ ਪੜ੍ਹਨ ਦੀ? ਕਿਉਂਕਿ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਇਹ ਮਹਾਰਾਜ ਦੀ ਕਿਰਪਾ ਲਗਾ ਲਓ ਕਿ ਜਿਹੜੇ ਗਾਣੇ ਸੀਗੇ ਉਹ ਦਾਸ ਨੂੰ ਸ਼ੁਰੂ ਤੋਂ ਨਹੀਂ ਪਸੰਦ ਸੀਗੇ। ਅਗਰ ਕਈ ਵਾਰ ਦੋਸਤਾਂ ਨਾਲ ਮੈਂ ਜਦ ਫਿਲਮਾਂ ਦੇਖਣ ਵੀ ਜਾਂਦਾ ਸੀਗਾ ਤਾਂ ਸੋ ਜਾਂਦਾ ਹੁੰਦਾ ਸੀ ਥੀਏਟਰ ਦੇ ਵਿੱਚ ਆ ਕੇ। ਮੈਂ ਕੋਈ ਐਡਾ ਮਤਲਬ ਚਾਹਵਾਨ ਨਹੀਂ ਸੀ ਕਿ ਫਿਲਮ ਲੱਗੀ ਤਾਂ ਫਿਲਮ ਦੇਖਣ ਜਾਣਾ, ਅਤੇ ਆ ਗਾਣੇ ਨੱਚਣਾ ਟੱਪਣਾ ਇਹ ਆਪਣਾ ਹੈ ਨਹੀਂ ਸੀਗਾ। ਅਤੇ ਨਾ ਹੀ ਘਰ ਦੇ ਮਤਲਬ ਦਾਸ ਦੀ ਜਿਹੜੀ ਨਿਊਕਲੀਅਰ ਫੈਮਿਲੀ ਆ ਉਹਦੇ ਵਿੱਚ ਕਿਸੇ ਨੂੰ ਆਉਂਦਾ। ਠੀਕ ਹੈ, ਅਤੇ ਹੁਣ ਜਿਹੜੀ ਗੱਲ ਗੁਰਸਿੱਖੀ ਦੇ ਵਿੱਚ ਆਉਣ ਦੀ ਹੈ, ਅਤੇ ਇਹ ਥੋੜ੍ਹੀ ਲੰਬੀ ਤਾਂ ਨਹੀਂ, ਇਨ ਸ਼ੋਰਟ ਕਹਿ ਦਿੰਦਾ, ਕੋਵਿਡ ਦਾ ਟਾਈਮ ਸੀਗਾ, ਕੰਮ 'ਤੇ ਸੀਗੇ। ਮੇਰਾ ਫਰੈਂਡ ਹੈ ਪਾਕਿਸਤਾਨ ਤੋਂ ਆ, ਇੱਥੇ ਰੈਜ਼ੀਡੈਂਟ, ਪਰਮਾਨੈਂਟ ਰੈਜ਼ੀਡੈਂਟ ਆ, ਉਹਦਾ ਮੈਂ ਨਾਮ ਨਹੀਂ ਲਵਾਂਗਾ। ਅਤੇ ਅਸੀਂ ਵੈਸੇ ਰਾਬਤਾ ਕਰਦੇ ਪਏ ਸੀਗੇ ਕਿਸੇ ਟੋਪਿਕ 'ਤੇ, ਜੈਸੇ ਕਿ ਮੈਂ ਉਹਨੂੰ ਕਿਹਾ ਯਾਰ ਕੋਵਿਡ ਕਰਕੇ ਸ਼ੋਪਸ ਬੰਦ ਆ, ਅਤੇ ਮੈਂ ਹੇਅਰ ਕੱਟ ਕਿੱਦਾਂ ਕਰਾਵਾਂ। ਹੁਣ ਪਤਾ ਨਹੀਂ ਇਹ ਪਰਮਾਤਮਾ ਦੀ ਕਿਰਪਾ ਆ, ਉਹਨੇ ਕਿਹਾ ਕਿ ਤੂੰ ਆਪਣਾ ਰਿਲੀਜਨ ਫੋਲੋ ਕਰਨਾ। ਉਹਦਾ ਇਹ ਜਵਾਬ ਸੀਗਾ। ਮੈਂ ਇਹ ਜਵਾਬ ਸੋਚ ਰਿਹਾ ਸੀ ਕਿ ਉਹ ਮੈਨੂੰ ਦੱਸੂਗਾ ਕਿ ਫਲਾਨਾ ਨਾਈ ਖੋਲ੍ਹਿਆ, ਉਹ ਘਰੇ ਆ ਕੇ ਕਰ ਦੂਗਾ। ਉਹਨੇ ਮੈਨੂੰ ਕਿਹਾ ਕਿ ਤੂੰ ਆਪਦਾ ਰਿਲੀਜਨ ਫੋਲੋ ਕਰਨਾ,
ਫਿਰ ਇੱਕ ਉਹ ਹੁਣ ਆਪਾਂ ਵੀ ਕਹਿ ਦਿੰਦੇ ਕਿ ਸੂਰਬੀਰ ਬਚਣ ਕੇ ਬਲੀ, ਅਤੇ ਉਦੋਂ ਦਿਮਾਗ ਦੇ ਵਿੱਚ ਗੱਲ ਖਟਕੀ ਹੈ ਕਿ ਅਗਰ ਇਹ ਗੱਲ ਉਹਦੇ ਮੂੰਹੋਂ ਆਈ ਆ ਤਾਂ ਕੋਈ ਨਾ ਕੋਈ ਗੱਲ ਹੋਏਗੀ, ਕਿਉਂਕਿ ਉਹ ਬੜਾ ਭਾਵਨਾ ਵਾਲਾ ਬੰਦਾ, ਆਪਾਂ ਇਹ ਨਹੀਂ ਕਹਿੰਦੇ ਕਿ ਮਾੜਾ ਹੈ ਚੰਗਾ, ਬਹੁਤ ਭਾਵਨਾ ਵਾਲਾ ਮੁੰਡਾ ਆ। ਅਤੇ ਉਸ ਦਿਨ ਮੈਂ ਉਹਨੂੰ ਕਿਹਾ ਕਿ ਹਾਂ, ਮੈਂ ਵੀ ਅਚਨਚੇਤ ਹੀ ਕਿਹਾ ਕਿ ਹਾਂਜੀ ਮੈਂ ਫੋਲੋ ਕਰਨਾ। ਅਤੇ ਮੈਂ ਘਰ ਆ ਕੇ ਸੋਚਿਆ ਕਿ ਮੈਂ ਕਿਹਾ ਕੀ ਆ, ਅਤੇ ਉਹ ਤਾਂ ਕੀ ਮੇਰੀ ਆਪਾਂ ਜੇ ਨੋਰਮਲ ਗੱਲ ਕਰੀਏ, ਲਾਈਫ ਟ੍ਰੈਂਡ ਮੇਰਾ ਵੈਸੇ ਵੀ ਵਧੀਆ ਚੱਲੀ ਜਾਂਦਾ ਸੀਗਾ, ਠੀਕ ਹੈ, ਮਤਲਬ ਇੱਧਰ ਉੱਧਰ ਘੁੰਮਣਾ ਫਿਰਨਾ, ਪਾਰਟੀ ਜਾਣਾ, ਠੀਕ ਹੈ, ਜਿਵੇਂ ਫਰੈਂਡਸ ਦੇ ਮਤਲਬ ਪਾਰਟੀਜ਼, ਉਹਦਾ ਨੱਚਣਾ ਟੱਪਣਾ ਨਹੀਂ ਦੋਸਤਾਂ ਦੇ ਨਾਲ। ਅਤੇ ਫਿਰ ਪਰ ਹੁਣ ਜਦੋਂ ਫੈਸਲਾ, ਇੱਕ ਕਹਿ ਲਓ ਕਿ ਫੈਸਲਾ ਲੈ, ਇੱਕ ਮੋਮ ਤੋਂ ਲੈ ਲਓ, ਮਤਲਬ ਮੰਮੀ ਨੇ ਜਿਹੜੀ ਗੱਲ ਕਹਿ ਦਿੰਦੇ ਸੀ, ਉਹ ਇੱਕ ਹੁੰਦੇ ਪੱਥਰ 'ਤੇ ਲਕੀਰ ਆ, ਉਹੀ ਗੁਣ ਹੈਗਾ ਕਿ ਉਹ ਸਾਡੇ 'ਚ ਹੁੰਦਾ ਕਿ ਹੁਣ ਕਹਿ ਤਾ ਤਾਂ ਕਹਿ ਤਾ। ਫਿਰ ਹੌਲੀ ਹੌਲੀ ਨਿਤਨੇਮ ਕਰਨਾ ਸਟਾਰਟ ਕੀਤਾ। ਫਿਰ ਘਰਦਿਆਂ ਨੂੰ ਦੱਸਿਆ ਕਿ ਆਪਦੇ ਦਾਸ ਦਾ ਜਨਮ ਦਿਨ ਆ 12 ਤਰੀਕ ਨੂੰ, ਅਤੇ ਫਿਰ ਦੱਸਿਆ ਕਿ ਮੈਂ ਮਤਲਬ ਹੁਣ ਗੁਰਸਿੱਖੀ ਲਈ ਜੀਵਨ 'ਚ ਹੀ ਆਉਣਾ। ਅੰਮ੍ਰਿਤ ਕਦੋਂ ਛਕਿਆ ਤਾਂ? ਇਹ ਜੁਲਾਈ ਦੇ ਵਿੱਚ ਛਕਿਆ ਸੀਗਾ ਬਾਬਾ ਜੀ, ਹੋ ਗਏ 2 ਸਾਲ ਹੋ ਗਏ। 2 ਸਾਲ ਹੋ ਗਿਆ। ਅਤੇ ਫਿਰ ਤੁਹਾਨੂੰ ਇਹ ਜਿਹੜੀ ਲੱਗਣ ਲੱਗੀ ਪਾਠ ਕਰਨ ਦੀ, ਕਿੱਥੋਂ ਸੰਥਿਆ ਕਿੱਥੋਂ ਲਈ? ਸੰਥਿਆ ਇਹ ਜਿਹੜੇ ਆਪਣੇ ਸੱਚਖੰਡ ਚੱਲ ਗਏ ਗਿਆਨੀ ਗੁਰਦੇਵ ਸਿੰਘ ਜੀ, ਉਹਨਾਂ ਦੇ ਅੱਗੇ ਵਿਦਿਆਰਥੀ ਆ ਉਹ ਸਿਮਰਨਜੀਤ ਸਿੰਘ ਜੀ, ਉਹ ਇੱਥੇ ਹੀ ਰਹਿੰਦੇ ਆ, UK ਦੇ ਵਿੱਚ ਹੀ ਆ, ਇਟਲੀ ਤੋਂ ਆਏ ਹੋਏ ਆ, ਅਤੇ ਹੁਣ ਇੱਥੇ ਹੀ ਪੱਕੇ ਤੌਰ 'ਤੇ ਰਹਿੰਦੇ ਆ, ਉਹਨਾਂ ਤੋਂ 10 ਸੰਥਿਆ ਲੈਂਦਾ। ਅਤੇ ਜਦੋਂ ਤੋਂ ਸੰਥਿਆ ਲਈ, ਅਤੇ ਹੁਣ ਤੁਸੀਂ, ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ 48 ਘੰਟੇ ਜੋ 5-4 ਮਿੰਟ ਹੀ ਉੱਠੇ ਆ ਲਗਾਤਾਰ, ਤਕਰੀਬਨ ਤੁਹਾਂ ਜਿਹੜਾ ਵਾ 48 ਘੰਟੇ ਜਪਜੀ ਸਾਹਿਬ ਦਾ ਪਾਠ ਕੀਤਾ। ਪਹਿਲਾਂ ਵੀ ਟਰਾਈ ਤੁਹਾਂ ਕੀਤੀ? ਕਿੰਨੇ ਘੰਟੇ ਪਹਿਲਾਂ ਤੁਸੀਂ ਜਿਹੜਾ ਵਾ ਜਪਜੀ ਸਾਹਿਬ ਦਾ ਪਾਠ ਲਗਾਤਾਰ ਕਰਦੇ ਰਹੇ? ਬਾਬਾ ਜੀ ਗੱਲ ਇੱਦਾਂ ਆ ਕਿ ਦਾਸ ਜਦੋਂ ਕੰਮ 'ਤੇ ਜਾਂਦਾ ਆ, ਉਹ ਡਿਲੀਵਰੀ ਦਾ ਕੰਮ ਕਰਦਾ ਮੈਂ, ਅਤੇ ਉਹਦੇ ਵਿੱਚ ਕੀ ਏਅਰਪੋਰਟ ਲੱਗੇ ਹੁੰਦੇ ਆ, ਬਾਣੀ ਸੁਣੀ ਜਾਣੀ ਆ ਸਾਰਾ ਦਿਨ, ਰਿਪੀਟ ਕਰਕੇ ਸੁਖਮਨੀ ਸਾਹਿਬ ਦਾ ਪਾਠ ਸੁਣੀ ਜਾਣਾ, ਸੌਣਾ ਤਾਂ ਸੌ ਕੇ, ਮਤਲਬ ਸੌਂਦੇ ਹੋਏ ਵੀ ਪਾਠ ਚਲਾਉਣਾ। ਇਹ ਨਹੀਂ ਹੈਗਾ ਕਿ ਮਤਲਬ ਈਵਨ ਤੁਸੀਂ ਵਾਸ਼ਰੂਮ ਜਾਣਾ, ਕਿਤੇ ਵੀ ਜਾਣਾ, ਤੁਸੀਂ ਉਹਨੂੰ ਕੀ ਕਰਨਾ ਕਿ ਪਾਠ ਸੁਣਨਾ, ਕਿਉਂਕਿ ਤੁਸੀਂ ਪਾਠ ਨਹੀਂ ਸੁਣਦੇ ਤੁਹਾਡਾ ਮਨ ਇੱਧਰ ਉੱਧਰ ਜਾਂਦਾ, ਠੀਕ ਹੈ। ਅਤੇ ਆਪਦੇ ਮਨ ਨੂੰ ਟਿਕਾਉਣ ਲਈ ਮੈਂ ਦੱਸ ਕੀ ਫੋਨ 'ਤੇ ਮਤਲਬ 24 ਘੰਟੇ ਪਾਠ ਸੁਣਦਾ ਹੀ ਸੁਣਦਾ ਆ। ਅਤੇ ਹੁਣ ਜਿਹੜੀ ਗੱਲ ਚੌਂਕੜੇ ਦੀ ਆ, ਉਹ ਕਈ ਵਾਰ ਹੁਣ ਇੱਦਾਂ ਬੈਠੇ ਰਹੇ ਤਾਂ 2-3 ਘੰਟੇ ਵੀ ਬੈਠੇ ਰਹੇ ਆ, ਅਤੇ ਕਈ ਵਾਰ ਨਹੀਂ ਵੀ ਸਮਾਂ ਲੱਗਦਾ ਹੈਗਾ, ਅਤੇ ਫਿਰ ਉਦੋਂ ਫੋਨ ਤੋਂ ਹੀ ਸੁਣਦੇ ਆ। ਅਤੇ ਇਹ ਜਿਹੜਾ ਤੁਹਾਂ ਹੁਣ ਗੁਰਦੁਆਰਾ ਗਰੀਬ ਨਵਾਜ਼ ਜਿਹੜਾ ਸਰਬੱਤ ਦੇ ਭਲੇ ਲਈ ਅਫਗਾਨੀ ਸੰਗਤਾਂ ਨੇ ਇੱਥੇ ਦੀਆਂ ਸੰਗਤਾਂ ਦੇ ਨਾਲ ਹੇਜਦੀਆਂ ਨਾਲ ਰਲ ਮਿਲ ਕੇ ਅਖੰਡ ਪਾਠ ਕੀਤਾ, ਇਹਦੇ ਵਿੱਚ ਤੁਹਾਂ ਜਪਜੀ ਸਾਹਿਬ ਦੇ ਸਿਮਰਨ ਕੀਤੀ, ਕਿੰਨੇ ਘੰਟੇ ਡਿਊਟੀ ਲਾਈ? 48 ਘੰਟੇ ਕਿੰਨੇ ਮਿੰਟ ਤੁਸੀਂ ਉੱਠੇ? ਇਹ ਬਾਬਾ ਜੀ ਸੇਵਾਦਾਰ ਬਾਬਾ ਰਾਜਾ ਸਿੰਘ ਜੀ ਇੱਥੇ ਆਏ ਸੀ ਗਰੀਬ ਨਵਾਜ਼ ਗੁਰਦੁਆਰਾ, ਅਤੇ ਉੱਦਾਂ ਉਹ ਮਾਲਵੇ ਤੋਂ ਆ, 10 ਵੀ ਮਾਲਵੇ ਤੋਂ ਆ, ਅਤੇ ਉਹ ਬੋਲੀ ਤੋਂ ਉਹਨਾਂ ਨੇ ਕਿਹਾ ਕਿ ਤੂੰ ਸਾਡੇ ਏਰੀਏ ਦੇ ਲੱਗਦਾ, ਉੱਦਾਂ ਫਿਰ ਪ੍ਰੇਮ ਪਿਆ ਉਹਨਾਂ ਨਾਲ, ਹੈ ਨਾ। ਫਿਰ ਉਹ ਖਬਰ ਪਹੁੰਚੀ ਕਿ ਉਹਨਾਂ ਨੇ ਇੱਕ ਚੌਂਕੜੇ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਕਰਨਾ, ਅਤੇ ਦਾਸ ਦੇ ਮਨ ਦੇ ਵਿੱਚ ਜਨਵਰੀ 2022 ਦਾ ਫੁਰਨਾ ਸੀਗਾ ਕਿ ਕਿਉਂਕਿ ਉਦੋਂ ਵੀਡੀਓਜ਼ ਵੇਖੀਆਂ ਸੀਗੀਆਂ ਇੰਟਰਨੈਟ 'ਤੇ ਕਿ ਸਿੰਘ ਨੇ ਇੱਕ ਚੌਂਕੜੇ ਦੇ ਵਿੱਚ ਪਾਠ ਕੀਤਾ। ਉਹ ਕਹਿ ਲਓ ਕਿ ਸ਼ੰਕਾ ਹੋ ਸਕਦੀ ਜਾਂ ਕਿੱਦਾਂ ਵੀ ਹੋ ਸਕਦਾ ਕਿ ਉਹ ਫੁਰਨਾ ਆਇਆ ਕਿ ਅਸੀਂ ਉਹ ਦਾਸ ਨੇ ਕਰਨਾ। ਦਾਸ ਨੇ ਆਪਣੇ ਇੱਕ ਹੋਰ ਸਿੰਘ ਆ ਦੋਸਤ ਰੋਬਿਨਪ੍ਰੀਤ ਸਿੰਘ, ਉਹਦੇ ਨਾਲ ਗੱਲ ਕੀਤੀ ਵੈਸੇ ਕਿ ਰੋਬਿਨ ਨੇ ਕਿੱਦਾਂ ਕਰ ਲੈਂਦੇ ਆ, ਉਹਨੇ ਪਲਟ ਕੇ ਜਵਾਬ ਦਿੱਤਾ ਤੂੰ ਕਰਨਾ। ਮੈਂ ਉਹਨੂੰ ਟਾਲ ਦਿੱਤੀ ਗੱਲ ਕਿ ਨਹੀਂ ਮੈਂ ਵੈਸੇ ਗੱਲ ਕਰਦਾ ਪਿਆ, ਪਰ ਜਦੋਂ ਹੁਣ ਮਤਲਬ ਪ੍ਰਤੱਖ ਮੌਕਾ ਤੁਹਾਡੇ ਸਾਹਮਣੇ ਆ, ਫਿਰ ਤੁਸੀਂ ਇਹਨੂੰ ਪਰਮਾਤਮਾ ਦੀ ਰਜ਼ਾ ਹੀ ਕਹਿ ਸਕਦੇ ਹੋ। ਕਿੰਨੇ ਘੰਟੇ ਮਤਲਬ 48 ਘੰਟੇ 'ਚ ਕਿੰਨਾ ਸਮਾਂ ਤੁਸੀਂ ਜਿਹੜੇ ਉੱਠੇ ਆ? 48 ਘੰਟਿਆਂ ਦੇ ਵਿੱਚ ਬਾਬਾ ਜੀ ਦਾਸ 26 ਘੰਟੇ ਤੋਂ ਬਾਅਦ 4 ਮਿੰਟ ਲਈ ਮਤਲਬ ਸ਼ਰਲੇ ਲਈ ਜਾਣਾ ਸੀਗਾ, ਅਤੇ ਉਸ ਤੋਂ ਬਾਅਦ ਫਿਰ ਵਾਪਸ ਆ ਕੇ ਬੈਠ ਗਏ ਸੀਗੇ। ਸੋ ਗੁਰੂ ਪਿਆਰੇ, ਉਹ 48 ਘੰਟਿਆਂ 'ਚੋਂ ਜਿਹੜਾ 26 ਘੰਟਿਆਂ ਬਾਅਦ ਸਿਰਫ 4 ਮਿੰਟ ਲਈ ਉੱਠਿਆ ਵਾ ਛਰਲਾ ਜਾਣ ਲਈ, ਬਾਥਰੂਮ ਜਾਣ ਲਈ, ਅਤੇ ਫਿਰ ਲਗਾਤਾਰ 48 ਘੰਟੇ ਜਪਜੀ ਸਾਹਿਬ ਦੇ ਜਿਹੜੇ ਪਾਠ ਕੀਤੇ ਆ। ਕਹਿਣ ਦਾ ਮਤਲਬ ਇਹ ਆ ਕਿ ਵੇਖੋ ਕਿ ਇਹ ਨੀਗਾ ਕਿ ਸਿੱਖ ਉਹ ਬਣ ਸਕਦਾ, ਹਰ ਇੱਕ ਗੁਰੂ ਦਾ ਸਿੱਖ ਬਣ ਸਕਦਾ, ਚਾਹੇ ਮੁਸਲਮਾਨ ਆ, ਚਾਹੇ ਹਿੰਦੂ ਆ, ਚਾਹੇ ਈਸਾਈ ਆ, ਜਿਹੜਾ ਖੰਡੇ ਬਾਟੇ ਤਾਂ ਅੰਮ੍ਰਿਤ ਛਕ ਲਏ। ਪਰਿਵਾਰ ਦੇ ਵਿੱਚ ਗੁਰਸਿੱਖੀ ਨਹੀਂ ਸੀ, ਅਤੇ ਆਪ ਇੰਡੀਆ 'ਤੇ ਜਦੋਂ ਆਏ ਮੋਨੇ ਸੀ, ਇੱਥੇ ਆਣ ਕੇ ਰੰਗ ਲਾਗਤ ਹੈ ਗੁਰੂ ਪਿਆਰਿਓ। ਅਤੇ ਇਸ ਵਕਤ ਵੇਖੋ ਗੁਰੂ ਦੇ ਸਿੰਘ ਸੱਜੇ ਆ, ਅਤੇ ਲਗਾਤਾਰ ਨਿਰੰਤਰ 20-25 ਘੰਟੇ ਜਿਹੜਾ ਚੌਂਕੜਾ ਮਾਰ ਕੇ ਪਾਠ ਕਰਦੇ ਆ। 26 ਘੰਟੇ ਪਾਠ ਕਰਕੇ 4 ਮਿੰਟ ਦਾ ਜਿਹੜਾ ਵਾ ਉਹ ਕਰਕੇ, ਅਤੇ ਫਿਰ ਇਹਨਾਂ ਨੇ 48 ਘੰਟੇ ਇੱਕ ਕਿਸਮ ਦੇ ਹੋ ਗਏ। ਅਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਅਤੇ ਸਿੱਖ ਚੈਨਲ ਜਿਹੜਾ ਲਗਾਤਾਰ ਸਿੱਖੀ ਦਾ ਪ੍ਰਚਾਰ ਕਰ ਰਿਹਾ, ਜਿਹਨੂੰ ਵੇਖ ਕੇ ਕਰੀ ਹਜ਼ਾਰਾਂ ਤੁਹਾਡੇ ਵਰਗੇ ਨੌਜਵਾਨ ਸਿੱਖੀ 'ਚ ਆ ਗਏ ਆ, ਕੀ ਸੰਗਤਾਂ ਨੂੰ ਮੈਸੇਜ ਦੇਣਾ ਚਾਹੋਗੇ? ਇਸ ਵਕਤ ਤੁਹਾਨੂੰ ਸਿੱਖ ਚੈਨਲ ਦੀ ਅੱਖ ਨਾਲ ਸਾਰਾ ਵਰਲਡ ਵੇਖ ਰਿਹਾ। ਬਾਬਾ ਜੀ ਜਿੰਨੇ ਵੀ ਸਿੱਖ ਭਾਈਚਾਰੇ ਦੇ ਵਿੱਚ ਨੌਜਵਾਨ ਆ ਜੋ ਜਨਮ ਲੈਂਦੇ ਆ, ਜਿਨ੍ਹਾਂ ਪਿੱਛੇ ਸਿੰਘ ਕੌਰ ਲੱਗਦਾ, ਉਹਨਾਂ ਲਈ ਲਾਜ਼ਮੀ ਹੈ ਕਿ ਅੰਮ੍ਰਿਤ ਛਕ ਕੇ ਸਿੰਘ ਬਣਨ, ਕਿਉਂਕਿ ਅਗਲਾ ਸਮਾਂ ਜਿਹੜਾ ਆ ਰਿਹਾ ਉਹ ਬੜਾ ਖਰਾਬ ਆ ਰਿਹਾ। ਦਾਸ UK ਦੇ ਵਿੱਚ ਰਹਿੰਦਾ, ਇੱਥੇ ਆਪਾਂ ਵੇਖਦੇ ਹਾਂ ਕਿਉਂਕਿ ਆਪਣੀ ਜਨਰੇਸ਼ਨ ਡਾਈਵਰਟਸ ਹੋਈਆਂ ਪਈਆਂ, ਆਪਾਂ ਨਹੀਂ ਪਤਾ ਲੱਗਦਾ ਹੈਗਾ। ਐਂਡ ਇੰਡੀਆ ਦੇ ਵਿੱਚ ਵੀ ਉਹੀ ਟ੍ਰੈਂਡ ਚੱਲਿਆ ਹੋਇਆ। ਹੁਣ ਤੁਸੀਂ ਫਿਰ ਸੰਤਾਂ ਦੀਆਂ ਜਿੰਨੀਆਂ ਵੀ ਤੁਸੀਂ
ਸਪੀਚਾਂ ਸੁਣ ਲਵੋ, ਉਹਦੇ ਵਿੱਚ ਥੋੜ੍ਹਾ ਹੋਰ ਡਿਟੇਲ ਚੱਲ ਜਾਵਾਂਗੇ ਆਪਾਂ, ਠੀਕ ਹੈ। ਅਤੇ ਹੋਰ ਵੀ ਕੋਈ ਰਿਲੀਜਨ ਆ, ਅਗਰ ਉਹ ਚਾਹਵਾਨ ਹੈਗਾ ਕਿ ਅਸੀਂ ਸਿੱਖ ਬਣਨਾ ਤਾਂ ਬਣੇ। ਮੈਂ ਬੜੇ ਮਤਲਬ ਮੈਨੂੰ ਮਿਲਦੇ ਆ UK ਦੇ ਵਿੱਚ, ਮੈਂ ਬਹੁਤ ਮਿਲਿਆ ਲੋਕਾਂ ਨੂੰ ਜਿਹੜੇ ਮੁਸਲਮਾਨ ਹੀ ਅਤੇ ਹੁਣ ਉਹ ਸਿੱਖ ਬਣੇ ਆ। ਬਹੁਤ ਆ ਜੀ ਗੁਰੂ ਪਿਆਰੋ। ਹਾਲੈਂਡ ਦੇ ਵਿੱਚ ਗੁਰਦੁਆਰਾ ਵਾ ਗੋਰਿਆਂ ਸਿੰਘਾਂ ਨੇ ਬਣਾਇਆ, ਅਮਰੀਕਾ 'ਚ ਕਈ ਸਿੱਖ ਆ, ਤੁਸੀਂ ਵੇਖਦੇ ਆ ਕੈਨੇਡਾ 'ਚ ਕਈ ਸਿੱਖ ਆ, ਕਿਉਂਕਿ ਇਹ ਸਰਬ ਸਾਂਝਾ ਧਰਮ ਆ। ਅਤੇ ਸਿੱਖ ਚੈਨਲ ਬਾਰੇ ਕੀ ਕਹਿਣਾ ਚਾਹੋਗੇ, ਜਿਹੜਾ ਦੁਨੀਆ ਵਿੱਚ ਵਾਸਤੇ ਪੰਜਾਬੀਆਂ ਦਾ ਸਿੱਖਾਂ ਦਾ ਪਹਿਲਾ ਚੈਨਲ ਜਿਹੜਾ ਰੋਲ 24 ਆਵਰ ਸਿੱਖੀ ਦੀ ਗੱਲ ਕਰ ਰਿਹਾ, ਸਿੱਖੀ ਦਾ ਪ੍ਰਚਾਰ ਕਰ ਰਿਹਾ, ਤੁਹਾਡੇ ਵਰਗੇ ਪ੍ਰਚਾਰਕਾਂ ਦੀ ਆਵਾਜ਼ ਬਾਹਰ ਕੱਢ ਰਿਹਾ? ਬਈ ਸਿੱਖ ਚੈਨਲ ਬਹੁਤ ਵਧੀਆ ਕੰਮ ਕਰਦਾ ਪਿਆ ਇਸ ਸਮੇਂ 'ਤੇ, ਠੀਕ ਹੈ, ਕਿਉਂਕਿ ਆਪਣੇ ਲੋਕਾਂ ਦੇ ਵਿੱਚ ਡਾਈਵਰਜ਼ਨ ਜ਼ਿਆਦਾ ਪਈ ਆ, ਉਹ ਸ਼ੰਕਾ ਬਹੁਤ ਕਰਦੇ ਆ। ਅਗਰ ਤੁਸੀਂ ਹੁਣ ਜਿਵੇਂ ਆਪਾਂ 48 ਘੰਟੇ ਦੇ ਚੌਂਕੜੇ ਦੀ ਗੱਲ ਕਰੀਏ, 10 ਵੀ ਇੱਕ ਸਮੇਂ 'ਤੇ ਸ਼ੰਕਾ 'ਚ ਸੀਗਾ ਕਿ ਹੋ ਕਿੱਦਾਂ ਸਕਦਾ, ਕਿਉਂਕਿ ਆਪਾਂ ਕਹਿ ਦਈਏ ਕਿ ਕਿਉਂਕਿ 10 ਜਿੰਮ ਵੀ ਜਾਂਦਾ ਸੀ ਇੱਦਾਂ, ਫਿਰ ਉਹ ਖਾਣ ਪੀਣ ਦਾ ਤੁਹਾਨੂੰ ਪਤਾ ਰੂਟੀਨ ਇੱਥੇ ਘੰਟੇ ਬਾਅਦ ਖਾਣਾ ਸੋਣਾ, ਹੁਣ ਛੱਡਿਆ ਕਿੱਦਾਂ ਜਾਵੇ। ਉਹ ਇੱਕ ਸ਼ੰਕਾ ਪੈਦਾ ਕਰ ਜਾਂਦਾ ਮਨ ਦੇ ਵਿੱਚ ਕਿ ਐਵੇਂ ਕਰੀ ਜਾਂਦੇ ਆ, ਅੰਦਰ ਖਾਤੇ ਜਿਵੇਂ ਕਰਟਨ ਲਾਤੇ ਅਤੇ ਉਦੋਂ ਬਾਅਦ ਮਤਲਬ ਬੰਦਾ ਸ਼ਿਫਟ ਕਰ ਲੈਂਦਾ ਹੋਣਾ। ਬਟ ਇਹ ਹੁਣ ਮਹਾਰਾਜ ਨੇ ਪ੍ਰਤੱਖ ਕਰਕੇ ਦਿਖਾਇਆ ਆ। ਅਤੇ ਭਾਈ ਗਜਿੰਦਰ ਸਿੰਘ ਜੀ ਨੇ ਆਪਣੇ ਫੇਸਬੁੱਕ ਪੇਜ 'ਤੇ ਵੀ ਉਹ ਸਾਰਾ ਲਾਈਵ ਕੀਤਾ ਆ ਕਿ ਕਿਸੇ ਦੇ ਮਨ ਦੇ ਵਿੱਚ ਕੋਈ ਸ਼ੰਕਾ ਰਹਿ ਜਾਵੇ, ਕੋਈ ਸਵਾਲ ਹੁੰਦਾ ਕਿ ਨਹੀਂ ਅਸੀਂ ਨਹੀਂ ਯਕੀਨ ਕਰਦੇ ਹਾਂ, ਅਤੇ ਇਹ ਉਹਨਾਂ ਦੇ ਤੁਸੀਂ ਪ੍ਰੋਫਾਈਲ 'ਤੇ ਜਾ ਕੇ ਮਤਲਬ ਕੋਈ ਵੀ ਸਰਚ ਕਰਕੇ ਵੇਖ ਸਕਦਾ, ਉਹ ਸਾਰਾ ਡੇਟਾ ਉੱਥੇ ਪਿਆ ਵਾ। ਅਤੇ ਰਹੀ ਗੱਲ ਤੁਹਾਡੇ ਚੈਨਲ ਦੀ ਆ, ਕਿ ਤੁਹਾਡੇ ਵਰਗੇ ਹੋਰ ਵੀ ਬਹੁਤ ਚੈਨਲ ਬਣਨੇ ਚਾਹੀਦੇ ਆ। ਅੱਜ ਸਿੱਖ ਕਮਿਊਨਿਟੀ ਨੂੰ ਮੀਡੀਆ ਦੀ ਬਹੁਤ ਜ਼ਿਆਦਾ ਲੋੜ ਆ, ਕਿਉਂਕਿ ਇਸ ਪਰ ਸਭ ਤੋਂ ਵੱਡੀ ਐਗਜ਼ਾਮਪਲ ਖਾਲਸਾ ਵੀਰ ਦੀ ਆ। ਕਿੰਨੇ ਆਪਣੇ ਪੰਜਾਬ ਦੇ ਵਿੱਚ ਨਿਊਜ਼ ਚੈਨਲਸ ਆ ਜਿਹੜੇ ਕਹਿੰਦੇ ਆ ਕਿ ਅਸੀਂ ਸਿੱਖਾਂ ਦੇ ਹਿੱਤ ਲਈ ਗੱਲ ਕਰਦੇ ਹਾਂ, ਬਟ ਉਹ ਨਹੀਂ ਕਰਦੇ ਹੈਗੇ। ਬੜੀ ਵਧੀਆ ਤੁਸੀਂ ਗੱਲ ਕੀਤੀ। ਜਿਸ ਤਰ੍ਹਾਂ ਤੁਸੀਂ ਮੋਨੇ ਸੀਗੇ, ਇਸ ਤਰ੍ਹਾਂ ਅੰਮ੍ਰਿਤਪਾਲ ਜੀ ਵੀ ਮੋਨੇ ਹੀ। ਵੇਖੋ ਪਤਾ ਨਹੀਂ ਲੱਗਦਾ ਗੁਰੂ ਨੇ ਕਿਹੜੇ ਵੇਲੇ ਕਿਰਪਾ ਕਰ ਦੇਣੀ ਆ, ਗੂੰਗੇ ਤੋਂ ਬੋਲੇ ਕੋ ਜੇ ਅਰਥ ਕਰਾ ਸਕਦਾ, ਸਾਰਾ ਕੰਮ ਉਹ ਕਰ ਸਕਦਾ ਵਾ। ਅਤੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਰਮਨਪ੍ਰੀਤ ਸਿੰਘ ਜੀ, ਅਤੇ ਸਿੱਖ ਚੈਨਲ 'ਤੇ ਵੀ ਆਓ ਕਿਸੇ ਵੇਲੇ ਟਾਈਮ ਦਿਓ। ਅਤੇ ਪਿਆਰੇ ਦਰਸ਼ਕੋ, ਤੁਸੀਂ ਵੀ ਰੰਗ ਲਾਗ ਤਲਾਕ ਅਤੇ ਗੁਰਸਿੱਖ ਵੱਲ ਵੇਖੋ। ਮੋਨਾ ਆਇਆ ਸੀ ਸਟੱਡੀ ਲਈ, ਅਤੇ ਗੁਰਸਿੱਖ ਬਣ ਕੇ 40 ਘੰਟੇ ਚੌਂਕੜਾ ਮਾਰ ਕੇ ਗੁਰੂ ਪਿਆਰੋ 26 ਘੰਟੇ ਗੁਰੂ ਦੀ ਬਾਣੀ, ਗੁਰੂ ਦੀ ਕਿਰਪਾ ਨਾਲ ਪੜ੍ਹ ਰਿਹਾ। ਆਪਣੇ ਬੱਚਿਆਂ ਨੂੰ ਬਾਣੀ ਸਿਖਾਓ, ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾ ਲਓ। ਇਹੀ ਸਿੱਖ ਚੈਨਲ ਦਾ ਜਿਹੜਾ ਵਾ ਫਿਲਾਸਫੀ, ਇਹੀ ਸਿੱਖ ਚੈਨਲ ਦਾ ਪ੍ਰਿੰਸੀਪਲ ਸਿਧਾਂਤ ਹੈ ਕਿ ਮਿਲੀਅਨ ਬਿਲੀਅਨ ਸਿੱਖ ਇੱਕ ਝੰਡੇ ਥੱਲੇ ਇਕੱਠੇ ਕਰੀਏ ਅਤੇ ਆਪਾਂ ਨੇ ਬੱਚਿਆਂ ਨੂੰ ਸਿੱਖੀ 'ਚ ਲਿਆਈਏ। ਇਸੇ ਕਰਕੇ ਅਸੀਂ ਤੁਹਾਨੂੰ ਕਹਿੰਦੇ ਹਾਂ ਸਿੱਖ ਚੈਨਲ ਸਿੱਖੀ ਦਾ ਪ੍ਰਚਾਰ ਕਰ ਲਿਆ। ਵੱਧ ਤੋਂ ਵੱਧ ਡੈਬਿਟ ਭਰੋ, ਵੱਧ ਤੋਂ ਵੱਧ ਸਿੱਖ ਚੈਨਲ ਦੀ ਸਪੋਰਟ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ, ਸਾਰਿਆਂ ਨੂੰ ਹੀ ਮਾਲਕ ਚੜ੍ਹਦੀ ਕਲਾ ਬਖਸ਼ੇ, ਤੁਹਾਨੂੰ ਵੀ ਬਖਸ਼ੇ। ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਸਿੱਖੀ ਦਾ ਪ੍ਰਚਾਰ ਕਰਦੇ ਰਹੀਏ। ਬਾਬਾ ਜੀ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। ਗੁਰੂ ਪਿਆਰਿਓ, ਗੁਰੂ ਬਾਜਾਂ ਵਾਲਾ ਜਹ ਜਹ ਪੇਖੋ ਤੈ ਹਜ਼ੂਰ, ਦੂਰ ਕਿਤੋਂ ਨਾ ਜਾਈ ਰਵ ਰਿਹਾ ਸਰਬਤਰ ਮੈਂ ਮਨ ਸਦਾ ਧਿਆਈ। ਗੁਰੂ ਪਿਆਰਿਓ, ਦਕਾਲੂੰ ਪ੍ਰਣਾਸੀ ਦਿਆਲੂ ਸਰੂਪੇ ਸਦਾ ਅੰਗ ਸੰਗੇ ਭੰਗੇ ਬੂਤੇ। ਗੁਰੂ ਪਿਆਰਿਓ, ਗੁਰੂ ਕਿਰਪਾ ਕਰੇ। ਆਪਾਂ ਕੀੜੀ ਨੂੰ ਵੀ ਹਾਥੀ ਨਾਲ ਲੜਾ ਦਿੰਦਾ ਗੁਰੂ ਪਿਆਰਿਓ, ਅਤੇ ਇੱਕ ਬਚਿੱਤਰ ਸਿੰਘ ਵਰਗੇ ਨੂੰ ਹਾਥੀ ਨਾਲ ਲੜਾ ਕੇ ਹਾਥੀ ਨੂੰ ਭਜਾ ਦਿੰਦਾ ਵਾ। ਉਹ ਕਿਰਪਾ ਕਰੇ ਗੁਰੂ ਪਿਆਰਿਓ। ਅਤੇ ਗੂੰਗੇ ਬੋੜੇ ਦੇ ਕੋਲੋਂ ਅਰਥ ਕਰਾ ਦਿੰਦਾ। ਅਤੇ ਸੇਵਾ ਗੁਰੂ ਪਿਆਰਿਓ ਉਹ ਕਰ ਸਕਦਾ ਜਿਹ ਤੋਂ ਗੁਰੂ ਨਾਨਕ ਤਰੁੱਟਦਾ ਗੁਰ ਕੀ ਸੇਵਾ ਸੋ ਕਰੇ ਜੇ ਸਾਬ ਕਰਾਵੇ। ਉਹਨਾਂ ਹੀ ਗੁਰਸਿੱਖਾਂ ਦੇ ਵਿੱਚੋਂ ਗੁਰੂ ਪਿਆਰਿਓ ਅੱਜ ਆਪਾਂ ਇੰਟਰਵਿਊ ਕਰ ਰਹੇ ਹਾਂ, ਇੱਕ ਵਿਸ਼ੇਸ਼ ਸਪੈਸ਼ਲ ਇੰਟਰਵਿਊ। ਸਿੰਘ ਸਾਹਿਬ ਰਾਜਾ ਸਿੰਘ ਜੀ, ਗੁਰੂ ਪਿਆਰਿਓ ਪਹਿਲਾਂ ਦਾਸ ਵੀ ਸੁਣਦਾ ਰਿਹਾ, ਤੁਸੀਂ ਵੀ ਸੁਣਦੇ ਰਹੇ ਹੋਗੇ ਬੜੇ ਚਿਰਾਂ ਤੋਂ, ਕਿ 48 ਘੰਟਿਆਂ ਦੇ ਵਿੱਚ ਇੱਕ ਸਿੰਘ ਨੇ ਪਾਠ ਕੀਤਾ। ਉਹ ਸਿੰਘ ਅੱਜ ਆਪਣੇ ਨਾਲ ਬੈਠਾ ਵਾ, ਜਿਹਦਾ ਨਾਂ ਸਿੰਘ ਸਾਹਿਬ ਰਾਜਾ ਸਿੰਘ ਹੈ, ਜਿਹ 'ਤੇ ਗੁਰੂ ਨਾਨਕ ਦੀ ਕਿਰਪਾ ਵਾ। ਅਤੇ ਜਿਹੜੇ 48 ਘੰਟੇ ਇੱਕ ਹੀ ਚੌਂਕੜੀ ਦੇ ਉੱਤੇ ਪਾਠ ਕਰ ਲੈਂਦੇ ਆ। ਇੰਗਲੈਂਡ ਦੀ ਧਰਤੀ ਦੇ ਉੱਤੇ ਪਹਿਲੀ ਵਾਰੀ ਇਹ ਪਾਠ ਹੋਇਆ 48 ਘੰਟੇ ਲਗਾਤਾਰ। ਗੁਰਦੁਆਰਾ ਗਰੀਬ ਨਵਾਜ ਹੇਜ ਅਫਗਾਨੀ ਸੰਗਤਾਂ ਇੱਥੇ ਹਰ ਸਾਲ ਅਖੰਡ ਪਾਠ ਸਾਹਿਬ ਕਰਾਉਂਦੀਆਂ। ਅਤੇ ਇਹ ਵੀ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਆ ਪ੍ਰਾਰੰਭ ਕੀਤੇ ਸੀ, ਜਿਨ੍ਹਾਂ ਦੇ ਭੋਗ ਅੱਜ ਪਏ ਆ। ਅਫਗਾਨੀ ਸੰਗਤਾਂ ਸਾਰੀਆਂ ਇੱਥੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ, ਬਾਬਾ ਅਮਰ ਸਿੰਘ ਜੀ ਦੇ ਸਹਿਯੋਗ ਦੇ ਨਾਲ, ਜਿਨ੍ਹਾਂ ਨੇ ਪਹਿਲਾ ਸਕੂਲ ਸਿੱਖੀ ਦਾ ਖੋਲ੍ਹਿਆ ਗੁਰੂ ਪਿਆਰਿਓ ਇੰਗਲੈਂਡ ਦੇ ਵਿੱਚ, ਅਤੇ ਸਿੱਖ ਚੈਨਲ ਵੀ ਪਹਿਲਾਂ ਖੁੱਲ੍ਹਿਆ ਗੁਰੂ ਪਿਆਰਿਓ। ਲਗਭਗ ਬਰਾਬਰੀ ਇਹ ਸੇਵਾ ਕਰ ਰਹੇ ਆ, ਸਿੱਖੀ ਦੀ ਸੇਵਾ ਕਰ ਰਹੇ ਆ। ਅਤੇ ਅੱਜ ਬੜਾ ਮਨ ਖੁਸ਼ ਹੋਇਆ ਸਿੱਖ ਚੈਨਲ ਦੀ ਟੀਮ ਨਾਲ। ਇਹਨਾਂ ਦੇ ਨਾਲ ਵਿਸ਼ੇਸ਼ ਇੰਟਰਵਿਊ ਕਰ ਰਹੇ ਹਾਂ। ਸਿੰਘ ਸਾਹਿਬ ਬਾਬਾ ਰਾਜਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਤੁਹਾਡਾ ਧੰਨਵਾਦ ਕਰ ਰਹੇ ਹਾਂ ਸਿੱਖ ਚੈਨਲ ਦੀ ਟੀਮ ਵੱਲੋਂ, ਅਤੇ ਪੂਰੇ ਵਰਲਡ ਦੀਆਂ ਸੰਗਤਾਂ ਜਿਹੜੀਆਂ ਵੇਖ ਰਹੀਆਂ ਵਾ, ਕਿਉਂਕਿ ਸਾਰੀਆਂ ਸੰਗਤਾਂ ਸੁਣਦੀਆਂ ਸੀ ਮੇਰੇ ਵਾਂਗੂ ਵੀ ਕੋਈ ਸਿੰਘ ਹੈ ਜਿਹੜਾ 48 ਘੰਟੇ ਪਾਠ ਕਰ ਜਾਂਦਾ ਇੱਕ ਚੌਂਕੜੀ 'ਤੇ। ਅੱਜ ਤੁਸੀਂ ਸੰਗਤਾਂ ਦੇ ਸਾਹਮਣੇ ਬੈਠੇ ਜੇ, ਅਤੇ ਥੋੜ੍ਹਾ ਜਿਹਾ ਆਪਣੇ ਪਿਛੋਕੜ ਬਾਰੇ ਦੱਸੋ ਕਿ ਆਪਣਾ ਨਗਰ ਕਿਹੜਾ ਵਾ ਅਤੇ ਕਿੰਨੀ ਉੱਥੇ ਜਿਹੜੀ ਆ ਵਿਦਿਆ ਹਾਸਲ ਪ੍ਰਾਪਤ ਕੀਤੀ ਹੈ ਜੀ। ਪਹਿਲੀ ਗੱਲ ਤਾਂ ਆਪ ਜੀ ਦਾ ਸਿੰਘ ਸਾਹਿਬ ਜੀ ਧੰਨਵਾਦ, ਜਿਹੜੇ ਤੁਸੀਂ ਗੁਰਸਿੱਖਾਂ ਨੂੰ
ਚੈਨਲਾਂ ਤੇ ਲਿਆ ਕੇ ਸੰਗਤਾਂ ਦੇ ਰੂਬਰੂ ਸੰਗਤਾਂ ਦੇ ਦਰਸ਼ਨ ਕਰਾਉਣੇ ਆ ਤੁਸੀਂ। ਇਹ ਪਿੰਡ ਰਹਿ ਜਾਂਦਾ ਜੀ ਬਠਿੰਡੇ ਜ਼ਿਲ੍ਹੇ ਦੇ ਵਿੱਚ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਚਰਨਾਂ ਦੀ ਛੋਹ ਪ੍ਰਾਪਤ ਹੈ। ਬਠਿੰਡੇ ਤੋਂ ਤਕਰੀਬਨ 30 ਕਿਲੋਮੀਟਰ ਤੇ ਪਿੰਡ ਕਾਲ ਝਲਣੀ ਰਹਿ ਜਾਂਦਾ ਜੀ। ਉੱਥੇ ਦਾਸ ਸੇਵਾ ਕਰਦਾ ਗਾ ਮਹਾਰਾਜ ਦੇ ਅਸਥਾਨ ਦੀ, ਸਤਿਗੁਰੂ ਜੀ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬੜੀ ਰਹਿਮਤ ਜੀ, ਕਿਰਪਾ ਗੀ। ਉਸ ਸਥਾਨ ਦਾ ਕੀ ਮਹੱਤਵ ਆ? ਸੰਗਤਾਂ ਨੂੰ ਥੋੜ੍ਹਾ ਜਿਹਾ ਥੋੜ੍ਹੇ ਜਿਹੇ ਸਮਝ ਦੱਸੋ, ਉਹਦੀ ਕੀ ਵਿਸ਼ੇਸ਼ਤਾ ਜਿੱਥੇ ਗੁਰੂ ਗੋਬਿੰਦ ਸਿੰਘ ਦਾ ਸਥਾਨ ਹੈ ਜੀ? ਉਹਦੀ ਵਿਸ਼ੇਸ਼ਤਾ ਇਹ ਹੈ ਜੀ, ਜਦੋਂ ਮਹਾਰਾਜ ਜੀ ਮੁਕਤਸਰ ਸਾਹਿਬ ਦੀ ਜੰਗ ਫਤਿਹ ਕਰਕੇ ਦਮਦਮਾ ਸਾਹਿਬ ਨੂੰ ਜਾਂਦੇ ਸੀ, ਉਸ ਟਾਈਮ 'ਤੇ ਸਾਡੇ ਪਿੰਡ ਦੇ ਵਿੱਚ ਮਹਾਰਾਜ ਜੀ ਦੇ ਨਾਲ 40 ਕੁ ਸਿੰਘ ਸੀ ਆਏ। ਅਤੇ ਜਦੋਂ ਮਹਾਰਾਜ ਜੀ ਆਏ ਤਾਂ ਉੱਥੇ ਇੱਕ ਫਲਾਹੀ ਦਾ ਦਰਖਤ ਸੀਗਾ, ਅਤੇ ਮਹਾਰਾਜ ਜੀ ਕਹਿਣ ਲੱਗੇ, ਗੱਲਾਂ ਕਰੀ ਜਾਂਦੇ ਸਿੰਘਾਂ ਦੇ ਨਾਲ, 2 ਪਰਮ ਸਿੰਘ ਅਤੇ ਧਰਮ ਸਿੰਘ ਭਾਈ ਰੂਪ ਚੰਦ ਦੇ ਪੜਪੋਤੇ ਆਏ ਅਤੇ ਮਹਾਰਾਜ ਜੀ ਨੂੰ ਕਹਿੰਦੇ ਜੀ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉਹਨਾਂ ਸਿੱਖਾਂ ਬੰਨੀ ਦੇਖ ਕੇ ਕਹਿਣ ਲੱਗੇ, ਨਾਲੇ 10ਵੇਂ ਜਾਮੇ 'ਚ ਆ ਮਹਾਰਾਜ ਜੀ, 6ਵੇਂ ਜਾਮੇ ਦੇ ਵਿੱਚ ਪ੍ਰਵੇਸ਼ ਹੋ ਕੇ ਕਹਿਣ ਲੱਗੇ, ਭਾਈ ਤੁਹਾਡੇ ਬਜ਼ੁਰਗਾਂ ਨਾਲ ਸਾਡਾ ਪਹਿਲਾਂ ਵਿਚਾਰ ਹੋਇਆ ਸੀ ਵੀ ਤੁਥੋਂ ਅਸੀਂ 10ਵੇਂ ਜਾਮੇ 'ਚ ਆ ਕੇ ਸੇਵਾ ਲਵਾਂਗੇ। ਚੰਗਾ ਕਹਿਣ ਲੱਗੇ, ਤੁਸੀਂ ਆ ਗਏ। ਉਹ ਸਾਹਮਣੇ ਫਲਾਹੀ ਦਾ ਦਰਖਤ ਆ ਇੱਕ, ਉੱਥੇ 3 ਕਾਂ ਦੇ ਬੱਚੇ ਪਏ ਆ, 2 ਸੁੱਤੇ ਪਏ ਹੋਣਗੇ, ਇੱਕ ਤੁਹਾਡੇ ਬੰਨੀ ਚੁੰਝ ਚੁੱਕ ਕੇ ਆਊਗਾ। ਮਹਾਰਾਜ ਕਹਿਣ ਲੱਗੇ, ਤੁਸੀਂ ਧੌਣ ਮਰੋੜ ਕੇ ਥੱਲੇ ਸਿੱਟ ਦਿਓ। ਜਦੋਂ ਇਹ ਬਚਨ ਹੋਇਆ, ਇੱਕ ਸਿੰਘ ਉੱਪਰ ਚੜ੍ਹ ਗਿਆ, ਇੱਕ ਥੱਲੇ ਖੜਾ ਰਿਹਾ। ਉਹਨੇ ਦੱਸਿਆ, ਕਹਿੰਦਾ ਮਹਾਰਾਜ ਜੀ ਆਲ ਨਾ ਕਾਂ ਦਾ, 2 ਤਾਂ ਸੁੱਤੇ ਪਏ, ਇੱਕ ਮੇਰੀ ਭੱਜ ਕੇ ਆਉਂਦਾ। ਮਹਾਰਾਜ ਕਹਿਣ ਲੱਗੇ, ਚੰਗਾ ਭਾਈ ਇਹਦੀ ਧੌਣ ਮਰੋੜ ਕੇ ਥੱਲੇ ਸਿੱਟ ਦਿਓ। ਜਦੋਂ ਥੱਲੇ ਸਿੱਟਤਾ, ਸਾਰੇ ਸਿੰਘਾਂ ਦੇ ਵਿੱਚ ਉਦਾਸੀ ਛਾ ਗਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਿੰਘ ਕਹਿਣ ਲੱਗੇ, ਮਹਾਰਾਜ ਸਾਨੂੰ ਤੁਹਾਡੇ ਕੌਤਕਾਂ ਦਾ ਭੇਤ ਨਹੀਂ ਆਉਂਦਾ ਗਾ ਦਾਤਾ ਜੀ, ਪਿੱਛੇ ਤੁਸੀਂ ਗਿੱਦੜ ਵਾਹਾ ਕਹਿੰਦੇ ਹਲਕੇ ਨੂੰ ਜੀ, ਗਿੱਦੜ ਦਾ ਬੱਚਾ ਮਰਵਾ ਕੇ ਆਏ ਹੋ ਅਤੇ ਬੇਅੰਤ ਸੰਗਤਾਂ ਨੂੰ ਤੁਸੀਂ ਤਾਰਦੇ ਆਏ ਹੋ। ਮਹਾਰਾਜ ਇੱਥੇ ਕਾਂ ਦਾ ਬੱਚਾ ਮਰਵਾਤਾ ਤੁਸੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਜਦੋਂ ਸਿੰਘਾਂ ਦੇ ਵਿੱਚ ਸ਼ੰਕਾ ਪੈ ਗਈ, ਕਹਿਣ ਲੱਗੇ ਭਾਈ ਤੁਹਾਡੀ ਸ਼ੰਕਾ ਨਿਵਰਤ ਕਰਦੇ ਹਾਂ। ਕਹਿਣ ਲੱਗੇ, ਸਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਬਾਰ ਦਾ ਲਾਂਗਰੀ ਸੀਗਾ, ਇਸ ਪਿੰਡ ਦਾ ਹੀ ਸੀਗਾ, ਕਹਿਣ ਲੱਗੇ ਕਾਲ ਝਲਾਣੀ ਦਾ। ਜਦੋਂ ਕੋਈ ਸਾਧੂ ਸੰਤ ਆਉਂਦਾ ਜਾਂ ਕੋਈ ਸਿੱਖ ਆਉਂਦਾ, ਇਹ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਤੋਂ ਪਹਿਲਾਂ ਹੀ ਭੱਜ ਕੇ ਪੈਣ ਲੱਗ ਜਾਂਦਾ ਸੀ। ਕੋਈ ਐਸੀ ਸਾਧੂਆਂ ਦੀ ਮੰਡਲੀ ਆਈ, ਕੋਈ ਸਾਧੂ ਸੰਤ ਆਏ ਜਿਨ੍ਹਾਂ ਦੀ ਰਚਨਾ 'ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਵਸਦੇ ਸੀ, ਉਹਨਾਂ ਨੇ ਆ ਕੇ ਬੇਨਤੀ ਕੀਤੀ ਸੰਤਾਂ ਨੇ ਵੀ ਸਾਨੂੰ ਪ੍ਰਸ਼ਾਦਾ ਛਕਾ ਦੇ। ਪਹਿਲਾਂ ਤਾਂ ਬੋਲੇ ਹੀ ਨਹੀਂ, ਜਦੋਂ ਬੋਲਿਆ ਉਹਨਾਂ ਨੂੰ ਸੰਤਾਂ ਨੂੰ ਬੋਲ ਕਬੋਲ ਬੋਲੇ। ਉਹ ਸੰਤਾਂ ਨੇ ਪ੍ਰਸ਼ਾਦਾ ਛਕ ਲਿਆ। ਕਹਿਣ ਲੱਗੇ, ਭਾਈ ਇਹ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਆ, ਇੱਥੇ ਜਦੋਂ ਸੰਗਤਾਂ ਆਉਂਦੀਆਂ ਅਤੇ ਬੰਦੇ ਦੇ ਰੂਹ ਬਰੂਹ ਜਿਹੜੇ ਹੁੰਦੇ ਆ ਉਹ ਬਦਲ ਜਾਂਦੇ ਆ, ਵਿਚਾਰ ਬਦਲ ਜਾਂਦੇ ਆ, ਵੀ ਤੇਰੇ ਬਤਨ ਨਹੀਂ ਬਦਲੇ, ਉਹ ਤੂੰ ਕਾਂ ਦਾ ਜਾਮਾ ਧਾਰੇਗਾ ਕੋਈ ਟਾਈਮ ਪਾ ਕੇ। ਜਦੋਂ ਇਹ ਬਚਨ ਹੋਇਆ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਭਾਈ ਇੱਕ ਸਾਧ ਬਚਨ ਅਟਲਾਦਾ, ਉਹਨਾਂ ਮਹਾਤਮਾ ਦਾ ਬਚਨ ਪੂਰਾ ਹੋਣਾ ਸੀਗਾ। ਦੂਸਰਾ ਕਹਿਣ ਲੱਗੇ, ਨੇ ਸੇਵਾ ਕੀਤੀ ਸੀ ਗੁਰੂ ਨਾਨਕ ਦੇਵ ਦੇ ਦਰ ਦੀ, ਉਹਦੀ ਅੱਜ ਸਫਲਾ ਹੋਈ ਆ, ਇਹਦੀ ਮੁਕਤੀ ਕਰਕੇ ਚੱਲੇ ਆ। ਮਹਾਰਾਜ ਕਹਿਣ ਲੱਗੇ, ਸਾਡਾ ਪਿੰਡ ਨਗਰ ਭਾਗਾਂ ਵਾਲਾ ਜੀ, ਉੱਥੇ ਕੋਈ ਵੀ ਜਾ ਕੇ ਅਰਦਾਸ ਬੇਨਤੀ ਕਰਦਾ ਹੈਗਾ ਮਹਾਰਾਜ ਦੇ ਅਸਥਾਨ 'ਤੇ, ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਦੀ ਭਾਈ ਅਰਦਾਸ ਬੇਨਤੀ ਪ੍ਰਵਾਨ ਕਰਕੇ ਉਹਦੀ ਸੇਵਾ ਜਿਹੜੀ ਆ ਤੁਸੀਂ ਕਰਾ ਰਹੇ ਆ? ਉਹਦੀ ਸੇਵਾ ਦਾਸ ਕਰਵਾ ਰਿਹਾ ਜੀ। ਪਹਿਲਾਂ ਬਣ ਰਿਹਾ ਉੱਥੇ ਇੱਕ ਦਰਬਾਰ ਸਾਹਿਬ ਬਣੀ ਜਾਂਦਾ ਜੀ, ਸੜਕ ਨਾਲੋਂ 13 ਫੁੱਟ ਉੱਚਾ, 40 ਚੌੜਾ ਅਤੇ 75 ਲੰਮਾ। ਉੱਥੇ ਜੀ ਸਾਨੂੰ ਸੰਗਤਾਂ ਜਿੰਨਾ ਕੁ ਸਹਿਯੋਗ ਪਿੰਡਾਂ ਦਾ ਹੁੰਦਾ ਤੁਹਾਨੂੰ ਪਤਾ ਹੀ ਆ, ਅਤੇ ਸਾਨੂੰ ਉੱਥੇ ਚੀਜ਼ਾਂ ਦੀ ਲੋੜ ਆ, ਜਿਵੇਂ ਬਜਰੀ ਦੀ, ਸੀਮੈਂਟ ਦੀ, ਜਾਂ ਹੁਣ ਜੋੜੀਆਂ ਲੱਗਣ ਵਾਲੀਆਂ ਰਹਿੰਦੀਆਂ, ਜਾਂ ਗੁੰਮਟ ਬਣਨ ਵਾਲਾ ਰਹਿੰਦਾ ਜੀ, ਇਹ ਚੀਜ਼ਾਂ ਦੀ ਸਾਨੂੰ ਸਿੰਘ ਸਾਹਿਬ ਜੀ ਲੋੜ ਰਹਿੰਦੀ ਹੈ। ਬਾਬਾ ਜੀ ਵੇਖਿਓ, ਹੁਣ ਤੁਹਾਨੂੰ ਜਦੋਂ ਸੁਣ ਲਿਆ ਸੰਗਤਾਂ ਨੇ, ਤੁਸੀਂ ਜਿੰਨੀ ਮਾਇਆ ਚਾਹੁੰਦੇ ਹੋ ਤੋਂ 4 ਗੁਣਾ ਵੱਧ ਹੋ ਜਾਣੀ ਆ, ਕਿਉਂਕਿ ਤੁਸੀਂ ਗੁਰੂ ਨਾਨਕ ਦੇ ਘਰ ਲਈ ਬਾਜਾਂ ਵਾਲੇ ਦੀ ਜਿਹੜਾ ਸੇਵਾ ਕਰ ਰਹੇ ਆ, ਅਤੇ ਮਾਲਕ ਨੇ ਕਿਰਪਾ ਕਰ ਦੇਣੀ। ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਜਿੱਦਾਂ ਮਾਪੇ ਅੰਮ੍ਰਿਤਧਾਰੀ ਜਾਂ ਬਾਬੇ ਅੰਮ੍ਰਿਤਧਾਰੀ, ਕਿੱਥੋਂ ਤੁਹਾਨੂੰ ਇਹ ਰੰਗ ਚੜਿਆ? ਇਹ ਰੰਗ ਚੜਿਆ ਜੀ ਮੇਰੀ ਦਾਦੀ ਸੀਗੀ, ਜਾਂ ਇੱਕ ਸਾਡੇ ਮੇਰੇ ਪਿੰਡ ਤੋਂ ਤਾਇਆ ਜੀ ਲੱਗਦੇ ਸੀ, ਤਾਇਆ ਚੰਦ ਸਿੰਘ ਜੀ, ਇੱਕ ਬਾਈ ਗੁਰਦੀਪ ਸਿੰਘ, ਇੱਕ ਤਾਇਆ ਚੂੜ ਸਿੰਘ। ਉਹਨਾਂ ਤਿੰਨਾਂ ਬੰਦਿਆਂ ਨੇ ਜੀ ਮੈਨੂੰ ਮਹਾਤਮਾ ਕੋਲੇ ਛੱਡਿਆ। ਬਾਬਾ ਜੋਗਿੰਦਰ ਸਿੰਘ ਜੀ ਸੀਗੇ, ਕਹਿਣ ਲੱਗੇ ਵੀ ਤੂੰ ਇਹਨਾਂ ਸੇਵਾ ਕਰ, ਤੈਨੂੰ ਬਾਣੀ ਪੜਾਉਣਗੇ। ਪਿੰਡਾਂ ਦਾ ਸਿਸਟਮ ਹੁੰਦਾ ਜੀ, ਕਹਿੰਦੇ ਹੁੰਦੇ ਆ ਵੀ ਇਹਨਾਂ ਦੇ ਘਰੇ ਰੋਟੀ ਨਹੀਂ ਹੋਣੀ ਤਾਂ ਗੁਰਦੁਆਰੇ ਛੱਡਤਾ। ਅਤੇ ਮੈਨੂੰ ਬਾਬਾ ਜੀ ਕਹਿਣ ਲੱਗੇ, ਤੂੰ ਪੜ੍ਹ, ਬਾਣੀ ਪੜ੍ਹ ਲਾ, ਕਹਿਣ ਲੱਗੇ, ਅਤੇ ਤੂੰ ਕਹਿੰਦੇ ਜਹਾਜ਼ਾਂ 'ਤੇ ਚੜ੍ਹਿਆ ਕਰੇਗਾ, ਕਾਰਾਂ 'ਚ ਚੜ੍ਹਿਆ ਕਰੇਗਾ। ਇਹ ਕਹਿੰਦੇ ਘਰਾਂ ਦੇ ਬੱਟਾਂ ਦੇ ਖੱਬਲ ਮਾਰਿਆ ਕਰਨਗੇ, ਕਿ ਹੱਸਣ ਲੱਗ ਗਏ ਸਾਧੂ। ਫਿਰ ਉਹਨਾਂ ਨੇ ਕਿਰਪਾ ਕੀਤੀ ਜੀ, ਮੇਰੀ ਦਾਦੀ ਸੇਵਾ ਕਰਦੀ ਹੁੰਦੀ ਸੀ। ਸਾਧੂ ਬੋਲੇ ਸਹਿ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਅਤੇ ਉਹਨਾਂ ਨੇ ਫਿਰ ਜੀ ਕਿਰਪਾ ਕੀਤੀ, ਮੈਨੂੰ ਬਾਣੀ ਪੜ੍ਹਾਈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ। ਪਹਿਲਾਂ ਮੈਨੂੰ 2 ਸਾਲ ਉਹਨਾਂ ਨੇ ਥੱਲੇ ਲਿਖਾਇਆ ਜੀ ਮਹਾਰਨੀ, ਜਿਹੜੀ ਆਪਣੀ ਪੰਜਾਬੀਆਂ ਦੀ ਮਾਂ ਬੋਲੀ ਆ ਨਾ ਅਸਲੀ, ਉਹ ਮਹਾਰਨੀ ਆ। ਫਿਰ ਉਸ ਤੋਂ ਬਾਅਦ ਬਾਬਾ ਜੀ ਨੇ ਮੈਨੂੰ ਪੋਥੀਆਂ ਪੜ੍ਹਾਈਆਂ ਜੀ, 5 ਗ੍ਰੰਥੀ 22-12, ਫਿਰ ਭਾਗ ਪੜ੍ਹਾਏ ਦੋਨੇ ਮਹਾਰਾਜ ਜੀ ਦੇ। ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਾਇਆ ਜੀ ਉਹਨਾਂ ਨੇ। ਫਿਰ 10ਵੇਂ ਦਾ ਕਰਾਇਆ ਜੀ। ਫਿਰ ਸੂਰਜ ਪ੍ਰਤਾਪ ਦਾ ਉਹਨਾਂ ਨੇ ਥੋੜ੍ਹਾ ਗਿਆਨ ਦਿੱਤਾ ਜਿੰਨਾ ਕੁ ਉਹਨਾਂ ਨੂੰ ਸੀਗਾ, ਅਤੇ ਮਹਾਰਾਜ ਦੀ ਕਿਰਪਾ ਜੀ। ਅਤੇ ਜਿਸ ਤਰ੍ਹਾਂ ਤੁਹਾਨੂੰ ਮਤਲਬ ਪ੍ਰੋਪਰ ਤੁਸੀਂ ਫਿਰ ਸੰਥਿਆ ਕਿੰਨੇ ਸਾਲ ਰਹੀ? ਸੰਥਿਆ ਜੀ ਮੈਂ 5 ਸਾਲ
5 ਸਾਲ ਸੰਥਿਆ। ਹਾਂ ਉਹਨਾਂ ਪੜ੍ਹਦਾ ਰਹਿੰਦਾ ਸੀ, ਮੈਨੂੰ ਪੜ੍ਹਾਉਂਦੇ। ਪਹਿਲਾਂ ਜਦੋਂ ਅਖੰਡ ਪਾਠ ਕੀਤਾ ਸੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ, ਤੇ ਉਦੋਂ ਕਿੰਨੇ ਕੁ ਸਾਲ ਹੋ ਗਏ? ਇਹ ਸਿੰਘ ਸਾਹਿਬ ਜੀ ਸਾਡੇ ਪਿੰਡ ਕੀਤਾ ਸੀ ਪਹਿਲਾਂ ਅਖੰਡ ਪਾਠ ਅਸੀਂ। ਹਾਂਜੀ। ਤੇ ਫਿਰ ਇਹ ਜਿਹੜਾ ਤੁਸੀਂ ਹੁਣ ਚੌਂਕੜਾ ਮਾਰ ਕੇ ਇਹ ਜਿਹੜਾ ਅਭਿਆਸ ਆ, ਇਹ ਕਿੰਨੇ ਸਾਲਾਂ ਤੋਂ ਕਰ ਰਹੇ ਆ ਤੇ ਕਿੱਥੇ ਕਿੱਥੇ ਤੁਹਾਂ ਇਹ ਕੀਤਾ? ਇਹ ਜੀ ਪਹਿਲਾਂ ਤਾਂ ਪਿੰਡ ਕੀਤਾ ਸੀ, ਮੇਰੀ ਸਿੰਘਣੀ ਨਾਲ ਰਾਇ ਕਰਕੇ ਉਹ ਮੈਨੂੰ ਕਹਿਣ ਲੱਗੇ ਵੀ ਬਾਬਾ ਜੀ ਨੇ ਮੈਨੂੰ ਦੱਸਿਆ ਸੀ ਜੀ ਇਹਦੇ ਬਾਰੇ ਕੁਝ ਨੁਕਤੇ। ਉਹ ਕਹਿੰਦੇ ਵੀ 15-16 ਦਿਨ ਲੱਗ ਜਾਂਦੇ ਸਰੀਰ ਸੈਟਿੰਗ ਕਰਨ ਤੇ, ਪ੍ਰਸ਼ਾਦਾ ਛੱਡਣਾ ਪੈਂਦਾ, ਥੱਲੇ ਆਸਣ ਲਾਉਣੇ ਪੈਂਦੇ ਆ ਸਾਧੂਆਂ ਵਾਂਗੂ, ਤੇ ਵੱਧ ਤੋਂ ਵੱਧ ਬਾਣੀ ਪੜ੍ਹਨੀ ਆ। ਜਿੰਨੀ ਤੁਸੀਂ ਬਾਣੀ ਪੜ੍ਹੋਗੇ ਨਾ ਉਹਨਾਂ ਤੁਹਾਨੂੰ ਆਨੰਦ ਵੱਜੂਗਾ। ਵਾਹ ਜੀ, ਉਹ ਆਨੰਦ ਜਿਹੜਾ ਆਪਾਂ ਰੋਜ਼ ਪੜ੍ਹਦੇ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਵਾਹ ਜੀ ਵਾਹ। ਇਹ ਜਦੋਂ ਜੀ ਫਿਰ ਮੈਨੂੰ ਉਹਨਾਂ ਮਹਾਤਮਾ ਨੇ ਬਚਨ ਦੱਸੇ, ਤੇ ਫਿਰ ਜੀ ਬਾਅਦ ਮੈਂ ਜਦੋਂ ਪਹਿਲੀ ਵਾਰੀ ਸਾਡੇ ਪਿੰਡ ਦੇ ਇੱਕ ਮੁੰਡਾ ਵੀ ਸੀਗਾ, ਮਾਨ ਸਾਹਿਬ, ਸਿਮਰਜੀਤ ਮਾਨ ਸਾਹਿਬ ਦੇ ਮਾਮਾ ਜੀ ਦਾ ਪੋਤਰਾ, ਉਹਨੇ ਜਪਜੀ ਸਾਹਿਬ ਤੇ ਰੌਲ ਲਾਈ ਸੀ ਜੀ। ਅਸੀਂ ਦੋਨਾਂ ਨੇ ਫਿਰ ਬਾਣੀ ਪੜ੍ਹੀ ਜੀ, ਸਤਿਗੁਰੂ ਨੂੰ ਧਿਆ ਕੇ। ਇੱਕ ਵਚਨ ਬਾਣੀ ਦੇ ਵਿੱਚ ਆਉਂਦਾ ਗਾ, ਗੁਰ ਹਾਥ ਧਰਿਓ ਮੇਰਾ ਮੱਥ ਹੈ। ਅਸੀਂ ਇਹ ਅਰਦਾਸ ਕਰਕੇ ਬੈਠੇ ਸੀ ਵੀ ਮਹਾਰਾਜ ਤੁਸੀਂ ਲਾਜ ਪਾਤ ਰੱਖਿਓ। ਉੱਥੇ ਪਹਿਲੇ ਅਖੰਡ ਪਾਠ ਬਾਰੇ ਜੀ ਸੰਗਤਾਂ ਦਾ ਇਹਦੂ ਦੁੱਗਣਾ ਇਕੱਠ ਹੋਣਾ, ਜਿੰਨਾ ਅੱਜ ਹੋਇਆ ਸੀ ਨਾ ਯੂਕੇ ਦੇ ਵਿੱਚ, ਇਹਦੂ ਦੁੱਗਣਾ ਇਕੱਠ ਹੋਣਾ। 4 ਵਜੇ ਅੰਮ੍ਰਿਤ ਵੇਲੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਤੱਖ ਹੋ ਗਏ ਸੀ ਜੀ। ਵਾਹ ਜੀ ਵਾਹ, ਵਾਹ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਤੇ ਪਹਿਲਾ ਅਖੰਡ ਪਾਠ ਤੁਸੀਂ ਉਹ ਗੁਰੂ ਗੋਬਿੰਦ ਸਿੰਘ ਦੇ ਸਥਾਨ ਤੇ ਜਿੱਥੇ ਗੁਰਦੁਆਰਾ ਤੁਸੀਂ ਸੇਵਾ ਕਰਾ ਰਹੇ ਗੁਰੂ ਬਾਜਾਂ ਵਾਲੇ ਦੀ ਕਿਰਪਾ ਨਾਲ, ਉੱਥੇ ਫਿਰ ਦੂਜਾ ਕਿੱਥੇ ਹੋਇਆ? ਇਸੇ ਤਰ੍ਹਾਂ ਲੜੀਵਾਰ ਦੱਸੋ ਜੀ। ਦੂਸਰਾ 2 ਤਾਂ ਪਿੰਡ ਹੋਏ ਜੀ। ਤੀਸਰਾ ਅਖੰਡ ਪਾਠ ਹੋਇਆ ਜੀ ਮਲੇਸ਼ੀਆ ਦੇ ਵਿੱਚ, ਗੁਰਦੁਆਰਾ ਤੱਤ ਖਾਲਸਾ ਦੀਵਾਨ ਦੇ ਵਿੱਚ। ਉੱਥੇ ਸਰਦਾਰ ਇੰਦਰਜੀਤ ਸਿੰਘ ਖੋਸਾ ਜੀ ਸੀਗੇ। ਉਹਨਾਂ ਨੂੰ ਜਦੋਂ ਪਤਾ ਲੱਗਾ, ਮੈਨੂੰ ਕਹਿੰਦੇ ਵੀ ਬਾਜੇ ਵਾਲਾ ਕੰਮ ਤਾਂ ਤੂੰ ਛੱਡ, ਆਪਾਂ ਬਾਣੀ ਪੜ੍ਹ ਕੇ। ਕਹਿਣ ਲੱਗੇ ਵੀ ਤੁਸੀਂ ਬਾਣੀ ਇੱਕ ਚੌਂਕੜੇ 'ਚ ਪੜ੍ਹ ਲੈਂਦੇ ਹੋ? ਮਾਂ ਜੀ ਗੁਰੂ ਸਾਹਿਬ ਪੜ੍ਹਾਉਂਦੇ ਆ ਤੇ ਉਹ ਕਾਰਜ ਵੱਡਾ ਹੁੰਦਾ। ਮੈਂ ਕਿਹਾ 15-16 ਦਿਨ ਲੱਗ ਜਾਂਦੇ। ਉਹ ਕਹਿੰਦੇ ਤੁਸੀਂ ਪਰਵਾਹ ਹੀ ਨਾ ਕਰੋ, ਭਲਾ ਮਹੀਨਾ ਲੈ ਲਓ, ਥੋੜ੍ਹਾ ਵੀਜ਼ਾ ਵੀ ਵਧਾ ਦਾਂਗੇ ਅਸੀਂ। ਤੇ ਉੱਥੇ ਜੀ ਫਿਰ ਮਹਾਰਾਜ ਜੀ ਦੀ ਐਡੀ ਰਹਿਮਤ ਹੋਈ ਕਿ ਮੈਨੂੰ ਨਜ਼ਾਰਾ ਜਿਹੜਾ ਮਿਲਿਆ ਨਾ ਜੀ ਉੱਥੋਂ, ਉਹ ਮੈਂ ਦੱਸ ਨਹੀਂ ਸਕਦਾ। ਮੈਂ ਜਦੋਂ ਉਤਰਦਾ ਹਾਂ, ਮੈਂ ਆਪਣੇ ਸਿੰਘ ਨੂੰ ਕਹਿਣ ਲੱਗਾ ਤਬਲੇ ਵਾਲੇ ਨੂੰ, ਯਾਰ ਆਹ ਕੀ ਚੀਜ਼ ਬਣੀ ਪਈ ਆ ਸੀਨਰੀ। ਉਹ ਮੈਨੂੰ ਕਹਿੰਦਾ ਬਾਬਾ ਜੀ ਤੁਹਾਡਾ ਦਿਮਾਗ ਤਾਂ ਸੈੱਟ ਆ। ਤੇ ਇਹੋ ਜਿਹਾ ਆਨੰਦ ਵਧਿਆ ਜੀ, ਆਹ ਜਾਂ ਆਨੰਦ ਅੱਜ ਯੂਕੇ ਦੇ ਵਿੱਚ ਵਧਿਆ ਜੀ ਸੰਗਤਾਂ ਦਾ। ਵਾਹ ਜੀ ਵਾਹ, ਉਹ ਆਨੰਦ ਜਿਹੜਾ ਜਿੰਦਾਂ ਦੇ ਗੂੰਗਾ ਮਠਿਆਈ ਖਾ ਲੇ ਤੇ ਉਹ ਦੱਸ ਨਹੀਂ ਸਕਦਾ। ਹਾਂਜੀ, ਇਹ ਸਾਰੀ ਕਿਰਪਾ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ। ਅਸੀਂ ਦਰਬਾਰ ਦੇ ਵਿੱਚ ਝਾੜੂ ਮਾਰਦੇ ਹਾਂ, ਜਾਂ ਧੰਨ ਧੰਨ ਬਾਬਾ ਵਿਧੀ ਚੰਦ ਸਾਹਿਬ ਜੀ ਦੇ 12ਵੇਂ ਜਾਨਸ਼ੀਨ ਸਿੰਘ ਸਾਹਿਬ ਜਥੇਦਾਰ ਬਾਬਾ ਅਵਤਾਰ ਸਿੰਘ ਜੀ, ਜਿਨ੍ਹਾਂ ਨੇ ਸੇਵਾਦਾਰ ਤੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਨਾ ਥੱਲਿਓਂ ਫਰਸ਼ ਤੋਂ ਚੱਕ ਕੇ ਅਰਸ਼ਾਂ ਦੇ ਵਿੱਚ ਚਮਕਾਤਾ ਜੀ ਅੱਜ ਮੈਨੂੰ। ਤੇ ਮਲੇਸ਼ੀਆ ਤੋਂ ਬਾਅਦ ਜੀ? ਮਲੇਸ਼ੀਆ ਤੋਂ ਬਾਅਦ ਜੀ ਇੱਕ ਦਿੱਲੀ ਕੀਤਾ ਮਹਾਂਪੁਰਸ਼ਾਂ ਦੇ ਪੜਾਅ 'ਤੇ। ਫਿਰ ਉਸ ਤੋਂ ਬਾਅਦ ਜੀ ਇੱਕ ਫਿਰੋਜ਼ਪੁਰ ਕੋਲੇ ਸੁਰ ਸਿੰਘ ਨਗਰ ਆ, ਉੱਥੇ ਕੀਤਾ ਜੀ। ਫਿਰ ਸੁਲਤਾਨਪੁਰ ਲੋਧੀ ਕੀਤਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਪੁਰਬ 'ਤੇ ਜੀ ਉੱਥੇ। ਭਾਈ ਮਹਾਂਪੁਰਖ ਬਾਬਾ ਜੀ ਅਵਤਾਰ ਸਿੰਘ ਉਹਨਾਂ ਦੇ ਪਿਤਾ ਜੀ ਭਾਈ ਦਇਆ ਸਿੰਘ ਦੇ ਮਹਾਂਪੁਰਸ਼ਾਂ ਵੱਡੇ ਬਾਬਾ ਜੀ ਦੀ ਉਹ 2 ਸਾਲ ਹੋ ਗਏ ਜੀ। ਉੱਥੇ ਬਰਸੀ 'ਤੇ ਕੀਤਾ ਸੀ ਇੱਕ ਚੌਂਕੜੇ 'ਚ। ਉੱਥੇ ਮਹਾਂਪੁਰਸ਼ਾਂ ਨੇ ਬਚਨ ਕੀਤਾ ਸੀ ਵੀ ਚੌਂਕੜਾ ਲਾਓ, ਕਹਿਣ ਲੱਗੇ ਬਾਣੀ ਦਾ ਸਿਮਰਨ ਕਰੋ ਕਹਿੰਦੇ ਤੁਸੀਂ। ਤੇ ਆਹ ਤੁਹਾਡਾ ਕਿੰਨਵਾਂ ਅਖੰਡ ਪਾਠ ਸੀ ਅੱਜ ਜਿਹੜਾ ਗੁਰਦੁਆਰਾ ਗਰੀਬ ਨਵਾਜ ਹੇਜ ਜਿਹੜਾ ਪਰਸੋਂ ਤੋਂ ਰੱਖੇ ਸੀ ਤੇ ਅੱਜ ਭੋਗ ਪਏ? ਇਹ ਇੱਕੇ ਚੌਂਕੜੇ 'ਚ ਕਿੰਨਵਾਂ ਪਾਠ ਸੀ ਅਖੰਡ ਪਾਠ? ਇਹ ਜੀ 10ਵਾਂ ਪਾਠ ਸੀ। ਮਹਾਰਾਜ ਨੇ ਕਿਰਪਾ ਕਰਕੇ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਸਤਿਗੁਰੂ ਜੀ ਨੇ ਕਿਰਪਾ ਕੀਤੀ। ਉਹਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਅਸਥਾਨ 'ਤੇ ਅਰਦਾਸ ਕਰਕੇ ਆਏ ਸੀ। ਬਾਬਾ ਜੀ ਅਵਤਾਰ ਸਿੰਘ ਜੀ ਨੇ ਇੱਕ ਬਚਨ ਦਿੱਤਾ ਸੀ ਵੀ ਤੁਹਾਡੀ ਚੜ੍ਹਦੀ ਕਲਾ ਰਹੂਗੀ, ਜਾਓ ਯੂਕੇ ਦੇ ਵਿੱਚ। ਕਹਿਣ ਲੱਗੇ ਸੰਗਤਾਂ ਪਿਆਰ ਤੁਹਾਨੂੰ ਇੰਨਾ ਕਰਨਗੀਆਂ, ਗੱਲ ਹੀ ਛੱਡ ਦਿਓ। ਕਹਿਣ ਲੱਗੇ ਉਹਨਾਂ ਦਾ ਬਚਨ ਸਦਕਾ ਜਾਂ ਆਪ ਜੀ ਦੇ ਭਰਾਵਾਂ ਦਾ ਇੱਕ ਬੇਨਤੀ ਕਰ ਰਿਹਾ ਮੈਂ ਸਿੱਖ ਚੈਨਲ ਵਾਲਿਆਂ ਨੂੰ, ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਰਾਗੀਆਂ ਨੂੰ, ਪ੍ਰਚਾਰਕਾਂ ਨੂੰ, ਹੋਰ ਕੋਈ ਚੈਨਲ ਵਾਲੇ ਨੇੜੇ ਨਹੀਂ ਆਉਂਦੇਗੇ। ਹੋਰ ਕੋਈ ਮੈਂ ਸੱਚੀਆਂ ਗੱਲਾਂ ਕਰਦਾਗਾ, ਕਹਿਣਾ ਪੈਂਦਾ ਵੀ ਯਾਰ ਸਾਡੀ ਇੰਟਰਵਿਊ ਕਰ ਦਿਓ। ਉਹ ਕਹਿਣ ਲੱਗੇ ਬਾਬਾ ਜੀ ਕੋਈ ਨਹੀਂ ਕਰਾਂਗੇ, ਖਰਚਾ ਪੱਠਾ ਸਾਨੂੰ ਦਿਓ, ਉਹ ਕੰਮ ਨਹੀਂ ਚੱਲਦਾਗਾ। ਪਰ ਮੈਂ ਤਾਂ ਸੱਚੀ ਗੱਲ, ਸੱਚੀਆਂ ਬਚਨ ਕਹਿਣ ਵਾਲੇ ਆ ਅੱਜ ਤਾਂ ਸਿੱਖ ਵੀ ਤੁਹਾਡਾ ਮੈਂ ਧੰਨਵਾਦ ਕਰਦਾ। ਤੁਸੀਂ 15 ਚੈਨਲ ਵਾਲੇ ਮਗਰ ਤਾਂ ਲੋਕ ਆ ਭਜਦੇ ਆ, ਤੁਸੀਂ ਸਿੱਖਾਂ ਸਾਧਾਂ ਦੇ ਮਗਰ ਵੀ ਗੁਰੂ ਦੇ ਸਿੰਘ ਆਏ, ਗੁਰੂ ਦੇ ਸਿੰਘਾਂ ਤੋਂ ਖੁਸ਼ੀਆਂ ਲੱਗੀ ਆਪਾਂ, ਤੁਸੀਂ ਸਿੰਘਾਂ ਮਗਰ ਭਜਦੇ ਹੋ। ਮਹਾਰਾਜ ਇਹ ਬੇਨਤੀ ਆ ਦੇਸਾਂ ਵਿਦੇਸਾਂ ਦੀਆਂ ਸੰਗਤਾਂ ਜਿਹੜੀਆਂ ਸੁਣ ਰਹੀਆਂ ਹੈਗੀਆਂ ਇੰਟਰਵਿਊ ਸੇਵਾਦਾਰ ਦੀ, ਵੱਧ ਤੋਂ ਵੱਧ ਆਪਾਂ ਸਿੱਖ ਚੈਨਲ ਦੇ ਨਾਲ ਜੁੜ ਗਏ। ਇਹਨਾਂ ਨੂੰ ਆਪਾਂ ਹੱਲਾਸ਼ੇਰੀ ਦੇ ਕੇ ਜੋ ਪ੍ਰੋਗਰਾਮ ਹੁੰਦੇ ਆ ਉਹ ਕਵਰੇਜ ਕਰਾਇਆ ਕਰੀਏ। ਇੱਕ ਤਾਂ ਗੁਰਸਿੱਖ ਹੈ, ਪਹਿਲੀ ਗੱਲ ਤਾਂ ਇਹ ਗੁਰੂ ਦੀ ਖੁਸ਼ੀ ਆ ਵੀ ਜਿਹੜੇ ਗੁਰਸਿੱਖ ਹੈ, ਸਿੰਘ ਆਏ ਤੇ ਨਹੀਂ ਮੋਨੇ ਘੋਨੇ ਜੇ ਆ ਜਾਂਦੇ ਇੰਟਰਵਿਊਆਂ ਲੈਣ, ਬੀੜੀਆਂ ਪੀਂਦੇ ਹੁੰਦੇ ਆ, ਕਈ ਸਿਗਰਟਾਂ ਪੀਂਦੇ ਹੁੰਦੇ, ਸਾਰੇ ਨਹੀਂ, ਕਈ ਹੁੰਦੇ ਆ ਵਿੱਚ, ਕਈ ਇੱਜ਼ਤ ਮਾਨ ਦੇਣ ਵਾਲੇ ਵੀ ਬਹੁਤ ਹੁੰਦੇ ਆ। ਤੇ ਪਰ ਗੁਰਮੁਖੋ ਜਿਹੜਾ ਜਿਹਦਾ ਨਾਂ ਹੀ ਸਿੱਖ ਚੈਨਲ ਆ,
ਬਾਬਾ ਜੀ ਤੁਹਾਡੀ ਗੱਲ ਤੋਂ ਚੇਤਾ ਆ ਗਿਆ, ਜਦੋਂ ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ਦਾ 350 ਸਾਲ ਮਨਾਇਆ ਪਟਨਾ ਸਾਹਿਬ ਦੇ ਵਿੱਚ, ਸਾਡੀ ਸਿੱਖ ਚੈਨਲ ਦੀ ਟੀਮ ਗਈ। ਜਿਹੜਾ ਸਿੱਖ ਚੈਨਲ ਦਾ ਓਨਰ ਹੈ, ਜਿਹਨੇ ਦੁਨੀਆ ਦੇ ਪਹਿਲਾ ਸਿੱਖ ਚੈਨਲ ਆਇਆ, ਦਵਿੰਦਰ ਸਿੰਘ ਬੱਲ ਵੀ ਗਏ। ਅਤੇ ਗੁਰੂ ਜੀ ਸਾਨੂੰ ਇੰਨਾ ਮਾਣ ਬਖਸ਼ਿਆ ਬਾਬਾ ਜੀ ਕਿ ਸੱਚਖੰਡ ਸ੍ਰੀ ਪਟਨਾ ਸਾਹਿਬ ਦੇ ਵਿੱਚ ਸਾਨੂੰ ਸਰੂਪੇ ਦਿੱਤੇ। ਆਂਦੇ ਧੰਨ ਆ ਸਿੱਖ ਚੈਨਲ ਦੇ ਝਾਨੇ ਦੇ ਪ੍ਰੈਜੈਂਟਰ ਆ ਜਿਹੜੇ ਦਾੜੇ ਪ੍ਰਕਾਸ਼ ਆ, ਅੰਮ੍ਰਿਤਧਾਰੀ ਸਿੰਘ ਆ, ਅਤੇ ਬੜੇ ਉਹ ਬਾਬਾ ਜੀ ਖੁਸ਼ ਹੋਏ। ਚਲੋ ਜੀ, ਤੁਹਾਡਾ ਧੰਨਵਾਦ ਆ ਸਿੱਖ ਚੈਨਲ। ਮੈਂ ਤਾਂ ਇਹੀ ਬੇਨਤੀ ਕਰਦਾ ਵੀ ਜਿਹਦਾ ਨਾਂ ਹੀ ਸਿੱਖ ਚੈਨਲ ਆ, ਅੱਗੇ ਕਹਿਣ ਦੀ ਲੋੜ ਹੀ ਨਹੀਂ ਪਈ ਆਪਾਂ ਨੂੰ। ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰ ਰਹੇ ਆ, ਚੈਨਲ ਰਾਹੀਂ ਇੱਕ ਤਾਂ ਅਸਥਾਨ 'ਤੇ ਭਾਈ ਸੇਵਾ ਚੱਲ ਰਹੀ ਹੈ, ਵੱਧ ਤੋਂ ਵੱਧ ਉੱਥੇ ਜਿੰਨਾ ਵੀ ਕਿਸੇ ਦੀ ਸ਼ਰਧਾ ਆ ਗਈ, ਸਾਨੂੰ ਉੱਥੇ ਸਾਧਾਂ ਸੰਤਾਂ ਨੂੰ ਬੱਜਰੀ ਦੀ ਲੋੜ ਹੁੰਦੀ ਆ, ਜਾਂ ਬਰੇਤੀ ਦੇ ਟਰੱਕਾਂ ਦੀ ਲੋੜ ਹੁੰਦੀ ਆ, ਜਾਂ ਹੁਣ ਦਰਬਾਰ ਸਾਹਿਬ ਦੇ ਵਿੱਚ ਜੋੜੀਆਂ ਲੱਗਣੀਆਂ ਉਹਦੀ ਜ਼ਰੂਰਤ ਹੁੰਦੀ ਹੈ, ਜਾਂ ਏਸੀਆਂ ਦੀ ਜ਼ਰੂਰਤ ਹੁੰਦੀ ਆ, ਜਾਂ ਥੱਲੇ ਹੁਣ ਉੱਪਰ ਮਹਾਰਾਜ ਜੀ ਦਾ ਗੁੰਮਟ ਬਣਨਾ, ਜਿਹੜੀ ਮੈਂ ਇੱਥੇ ਵੀ ਬੇਨਤੀ ਕੀਤੀ ਹੈ। ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ, ਆਪਣਾ ਸਹਿਯੋਗ ਦੇ ਕੇ ਜਿਹੜੀ ਦਰਬਾਰ ਸਾਹਿਬ ਦੀ ਸੇਵਾ ਰਹਿੰਦੀ ਹੈ, ਪਤਾ ਲੱਗ ਜੇ ਇੰਡੀਆ ਦੇ ਵਿੱਚ ਵੀ ਆਹ ਬਾਹਰਲੇ ਵਿਦੇਸ਼ੀਆਂ ਦੀ ਸੇਵਾ ਲੱਗੀ ਆ ਇੱਥੇ। ਥੱਲੇ ਉੱਪਰ ਗੁੰਮਟ ਬਣਨਾਗਾ, ਥੱਲੇ ਟਾਇਲ ਲੱਗਣੀ ਆ ਵਿਹੜੇ ਦੇ ਵਿੱਚ। ਮਹਾਰਾਜ ਦਾ ਸਥਾਨ ਬਹੁਤ ਵੱਡਾ ਭਾਈ। ਬਾਬਾ ਜੀ, ਮੈਂ ਗੁਰੂ ਦੇ ਭਰੋਸੇ ਨਾਲ ਕਹਿੰਦਾ, ਤੁਸੀਂ ਇੱਕ ਗੁੰਮਟ ਦੀ ਗੱਲ ਕਰਦੇ ਜੇ, ਤੁਸੀਂ ਸੇਵਾ ਨਿਰੰਤਰ ਜਾਰੀ ਰੱਖੋ। ਜਿੱਥੇ ਜਿੱਥੇ ਵੀ ਗੁਰੂ ਦਾ ਤੁਸੀਂ ਗੁਰਦੁਆਰਾ ਬਣਾਓਗੇ, ਗੁੰਮਟ ਬਣਾਓਗੇ, ਸੰਗਤਾਂ ਤੁਹਾਨੂੰ ਮਾਇਆ ਨਾਲ ਤੋਲ ਦੇਣਗੀਆਂ, ਕਿਉਂਕਿ ਜਿਸ ਕਾ ਕਾਰਜ ਤੇ ਨਹੀਂ ਕੀਆ, ਜਿਹੜਾ ਵਾ ਮਾਨਸ ਕਿਆ ਵਿਚਾਰਾ ਦੇ ਮਾਂ ਵਾਕਨਸਾਰ। ਕਿਉਂਕਿ ਜਿਹੜਾ ਤੁਸੀਂ ਗੁਰੂ ਦਾ ਕੰਮ ਕਰ ਰਹੇ ਜੇ, ਗੁਰੂ ਫਿਰ ਦਕਾਲ ਨੂੰ ਪ੍ਰਨਾਸੀ ਦਿਆਲੂ ਸਰੂਪੇ ਸਦਾ ਅੰਗ ਸੰਗੇ ਭੰਗੇ ਬੂਤਿਆਂ ਦਾ। ਬਾਬਾ ਜੀ, ਸਿੱਖ ਚੈਨਲ ਮੈਂ ਕਹਿੰਦਾ ਸਟੇਜਾਂ ਤੋਂ ਸਾਰੇ ਚੈਨਲ ਧੰਨਵਾਦਯੋਗ ਆ, ਜਿਹੜੇ ਰੇਡੀਓ ਵੀ ਧੰਨਵਾਦਯੋਗ ਆ। ਇਹ ਦੁਨੀਆ ਦੇ ਉੱਤੇ ਸਿੱਖਾਂ ਦਾ ਪਹਿਲਾ ਚੈਨਲ ਹੈ। 2009 ਤੇ ਵਿਸਾਖੀ ਵਾਲੇ ਦਿਨ ਗੁਰੂ ਨਾਨਕ ਬਾਜਾਂ ਵਾਲੇ ਨੇ ਸਿੱਖ ਕੌਮ ਨੂੰ ਗਿਫਟ ਦਿੱਤਾ। ਵਾਹਿਗੁਰੂ। ਤੇ ਇਹ ਨਿਰੋਲ ਸਿੱਖੀ ਦਾ ਪ੍ਰਚਾਰ ਕਰਦਾ। ਬਾਬਾ ਜੀ ਇੱਕ ਓਂਕਾਰ ਤੋਂ ਲੈ ਕੇ 18-10-20 ਤਾਈਂ ਏਕਤਾ ਸਹਿਜ ਪਾਠ। ਬਾਬਾ ਜੀ ਜੋ ਇੰਗਲੈਂਡ ਤੋਂ ਚੱਲੇ, ਕੈਨੇਡਾ, ਅਮਰੀਕਾ, ਦੁਨੀਆ ਦੀ ਧਰਤੀ ਤੋਂ 25-25 ਮਿੰਟ ਦੇ ਐਪੀਸੋਡ ਬਣਾਏ, ਕਿਤੇੋਂ ਪੈਸਾ ਨਹੀਂ ਮੰਗਿਆ ਬਾਬਾ ਜੀ। ਮਿਹਰਬਾਨੀ। ਹਾਂਜੀ। ਤੇ ਇਹ ਸਿੱਖ ਚੈਨਲ ਹਜ਼ਾਰਾਂ ਲੋਕ ਗੁਰੂ ਦੇ ਲੜ ਰਹੇ। ਅਖੀਰ ਦੇ ਵਿੱਚ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਕਿਉਂਕਿ ਸਿੱਖ ਚੈਨਲ ਇੰਨੀ ਸੇਵਾ ਕੀਤੀ, ਅਜੇ ਤਾਂ ਇਹਨਾਂ ਦਾ ਆਪਣਾ ਸਟੂਡੀਓ ਵੀ ਨਹੀਂ ਹੈਗਾ, ਘਰ ਵੀ ਨਹੀਂ ਬਣਿਆ, ਅਤੇ ਬਹੁਤ ਲੋੜ ਹੈ ਡਾਇਰੈਕਟਰਾਂ ਦੀ ਸੇਵਾ ਦੀ। ਅਖੀਰ 'ਤੇ ਇਹੀ ਬੇਨਤੀ ਹੈ ਜੀ, ਜਿਹੜੀਆਂ ਚੈਨਲ ਰਾਹੀਂ ਦੇਖ ਰਹੇ ਆ, ਸੇਵਾਦਾਰ ਨੂੰ ਸੁਣ ਰਹੇ ਆ, ਵੀ ਵੱਧ ਤੋਂ ਵੱਧ ਇੱਕ ਤਾਂ ਆਪਾਂ ਗੁਰਸਿੱਖੀ ਦੇ ਨਾਲ ਜੁੜ ਗਏ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜ ਗਏ, ਅੰਮ੍ਰਿਤ ਛਕੀਏ, ਦਾੜੇ ਰੱਖੀਏ, ਬੱਚਿਆਂ ਦੇ ਕੇਸ ਰੱਖੀਏ। ਇਹ ਬੇਨਤੀ ਆ ਪਹਿਲੇ ਨੰਬਰ 'ਤੇ। ਦੂਸਰੇ ਨੰਬਰ 'ਤੇ ਇਹ ਬੇਨਤੀ ਹੈ ਭਾਈ, ਸਿੱਖ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ, ਇਹਨਾਂ ਦਾ ਵੱਧ ਤੋਂ ਵੱਧ ਸੰਯੋਗ ਦਿਓ। ਮਹਾਰਾਜ ਇਹਨਾਂ ਦੀ ਚੜ੍ਹਦੀ ਕਲਾ ਕਰਨਗੇ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਸੋ ਗੁਰੂ ਪਿਆਰੋ, ਇਹ ਸਨ ਭਾਈ ਸਾਹਿਬ ਭਾਈ ਰਾਜਾ ਸਿੰਘ ਜੀ, ਜਿਨ੍ਹਾਂ 'ਤੇ ਗੁਰੂ ਨਾਨਕ ਦੀ ਅਪਾਰ ਕਿਰਪਾ ਹੈ ਗੁਰੂ ਪਿਆਰਿਓ, ਕਿ ਜਿਨ੍ਹਾਂ ਨੇ ਬਹੁਤ ਹੀ ਅਖੰਡ ਪਾਠ ਸਾਹਿਬ ਇੱਕੇ ਚੌਂਕੜੇ ਦੇ ਕੀਤੇ। ਅਤੇ ਅੱਜ ਗੁਰਦੁਆਰਾ ਗਰੀਬ ਨਵਾਜ ਹੇਜ ਵਿੱਚ ਸਰਬੱਤ ਦੇ ਭਲੇ ਲਈ ਅਖੰਡ ਪਾਠ ਸੀ, ਇਹ ਵੀ ਇੱਕੇ ਚੌਂਕੜੇ 'ਚ 48 ਘੰਟੇ ਕੀਤਾ ਵਾ। ਇਹਨਾਂ ਦੀ ਵੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਆ ਗੁਰੂ ਪਿਆਰਿਓ। ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਗੁਰੂ ਪਿਆਰਿਓ। ਸੇਵਾ ਚਾਹੇ ਉਹ ਗੁਰੂ ਪਿਆਰਿਓ, ਸੇਵਾ ਚਾਹੇ ਲੰਗਰ ਦੀ ਆ, ਚਾਹੇ ਝਾੜੂ ਮਾਰਨ ਦੀ ਆ, ਚਾਹੇ ਕਥਾ ਦੀ ਆ, ਚਾਹੇ ਕੀਰਤਨ ਦੀ ਆ, ਚਾਹੇ ਰਾਗੀ ਆ, ਚਾਹੇ ਢਾਡੀ ਆ, ਇਹ ਹਾਰੀ ਸਾਰੀ ਬੰਦਾ ਨਹੀਂ ਕਰ ਸਕਦਾ। ਗੁਰਬਾਣੀ ਕਹਿੰਦੀ ਆ, ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਵੇ। ਸੋ ਗੁਰੂ ਪਿਆਰੋ, ਛੋਟੀ ਜਿਹੀ ਗੱਲ ਨਹੀਂ, ਆਪਾਂ ਸੁਣਦੇ ਹੁੰਦੇ ਹਾਂ ਕਿ ਇਹ ਸਿੰਘ ਕੋਈ 48 ਘੰਟੇ ਪਾਠ ਕਰਦਾ। ਅੱਜ ਸਿੱਖ ਚੈਨਲ ਨੇ ਵੇਖੋ ਤੁਹਾਡੇ ਰੂਬਰੂ ਕਰਾਤਾ ਵਾ। ਸਿੱਖ ਚੈਨਲ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੋ। 3 ਤਰੀਕ ਨੂੰ ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਜਿਨ੍ਹਾਂ ਦੇ ਭੋਗ 5 ਫਰਵਰੀ ਨੂੰ ਐਤਵਾਰ ਪੈਣਗੇ। ਸਾਰੇ ਹੀ ਉੱਥੇ ਪੁੱਜੋ ਗੁਰੂ ਪਿਆਰਿਓ। ਇਸ ਸਟੂਡੀਓ ਵਿੱਚ ਲਾਸਟ ਅਖੰਡ ਪਾਠ ਹੋਊਗਾ, ਕਿਉਂਕਿ ਆਪਾਂ ਸਟੂਡੀਓ ਚੇਂਜ ਕਰਨਾ, ਸਿੱਖ ਚੈਨਲ ਚੱਲਦਾ ਰਹਿਣਾ। ਇਸ ਕਾਰਨ ਕਰਕੇ ਸਾਨੂੰ ਤੁਹਾਡੇ ਡਿਬਟਾਂ ਦੀ ਲੋੜ ਆ, ਵੱਧ ਤੋਂ ਵੱਧ ਸਪੋਰਟ ਦੀ ਲੋੜ ਆ। ਚੈਨਲ ਤੁਹਾਡਾ ਆਪਣਾ ਵਾ ਗੁਰੂ ਪਿਆਰਿਓ, ਜਿਹਨੇ ਰਾਤ ਦਿਨ ਸਿੱਖੀ ਦਾ ਪ੍ਰਚਾਰ ਕੀਤਾ। ਇੱਕ ਨਹੀਂ, ਹਜ਼ਾਰਾਂ ਨਹੀਂ। ਇਸ ਵੇਲੇ ਬੱਚੇ ਜਿਹੜੇ ਆ ਗੁਲਾਬ ਦੇ ਫੁੱਲਾਂ ਵਰਗੇ ਜੂੜੇ ਜਿਹੜੇ ਆ ਸਿਰਾਂ ਦੇ ਉੱਤੇ ਆ, ਇਹ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਆ। ਅਖੀਰ 'ਚ ਬਾਬਾ ਜੀ ਕੀ ਕਹਿਣਾ ਚਾਹੋਗੇ? ਅਖੀਰ 'ਤੇ ਬੇਨਤੀ ਇਹ ਕਰਦੇ ਹਾਂ ਜੀ, ਵੀ ਇੱਕ ਤਾਂ ਸਥਾਨ 'ਤੇ ਸੇਵਾ ਦੀ ਘਾਟ ਆ ਥੋੜ੍ਹੀ ਜੀ। ਫੋਨ ਨੰਬਰ ਤੁਹਾਨੂੰ 98-157 32438, 81-464 34737, ਇਹਦੇ ਨਾਲ ਸੇਵਾਦਾਰ ਦੇ ਨਾਲ। ਬਾਬਾ ਜੀ ਇੱਕ ਵਾਰੀ ਫੇਰ ਸਲੋ ਪੜ੍ਹ ਦਿਓ ਨੰਬਰ, ਤੇ ਸੰਗਤਾਂ ਜਿਨ੍ਹਾਂ ਵੀ ਤੁਹਾਨੂੰ ਸੇਵਾ ਦੇ ਨਹੀਂ ਦੇ ਸਕਦੀਆਂ। ਹਾਂ, ਫੋਨ ਨੰਬਰ ਹੈਗਾ ਜੀ, ਪਹਿਲਾ ਨੰਬਰ ਤਾਂ ਬੋਲਦੇ ਹਾਂ ਜੀ ਹੌਲੀ 98-157, ਦੂਸਰਾ ਹੈਗਾ 81-464। ਇਹ 2 ਨੰਬਰ ਗੁਰਦੁਆਰਾ ਸਾਹਿਬ ਦੇ ਹੈਗੇ ਆ ਜੀ। ਜਿਹੜੇ ਮਹਾਰਾਜ ਦੀ ਸੇਵਾ ਕਰਨਗੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਚੜ੍ਹਦੀਆਂ ਕਲਾ ਕਰਨਗੇ ਜੀ। ਬਹੁਤ ਬਹੁਤ ਧੰਨਵਾਦ ਜੀ। ਤੇ ਗੁਰੂ ਪਿਆਰੋ, ਸਿੱਖ ਚੈਨਲ ਦੇ ਡਾਇਰੈਕਟਰ ਪਾਣ ਲਈ ਸਪੋਰਟ ਕਰਨ ਲਈ ਨੰਬਰ ਨੋਟ ਕਰੋ 0121 380 1050 ਤੇ ਅਖੰਡ ਪਾਠ ਦੀ ਬੁਕਿੰਗ ਕਰਾਓ। ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਤੇ ਧੰਨਵਾਦ ਹੈ ਸਿੰਘ ਸਾਹਿਬ ਬਾਬਾ ਰਾਜਾ ਸਿੰਘ ਜੀ ਦਾ, ਤੇ ਧੰਨਵਾਦ ਹੈ ਸੰਗਤ ਜੀ ਤੁਹਾਡਾ, ਤੇ ਸਭ ਤੋਂ ਜ਼ਿਆਦਾ ਧੰਨਵਾਦ ਹੈ ਗੱਦੀ ਤੇ ਦੀਨ ਦੁਨੀਆ ਦੇ ਮਾਲਕ ਬਾਦਸ਼ਾਹ ਦੇ
ਪਾਤਸ਼ਾਹ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਜਗਦੀ ਜੋਤ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ, ਆਗਿਆ ਭਾਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਭ ਤੋਂ ਜ਼ਿਆਦਾ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਦਾ ਜੋ ਸਿੱਖ ਚੈਨਲ ਤੇ ਆਪਣਾ ਹੱਥ ਦੇ ਕੇ ਨਿਰੋਲ 24 ਆਵਰ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ। ਸਿੱਖ ਚੈਨਲ ਦੀ ਅਰਦਾਸ ਕਰਿਓ, ਨਾਲ ਹੀ ਅਸੀਂ ਤੁਹਾਡੀ ਅਰਦਾਸ ਕਰਦੇ ਹਾਂ, ਤੁਸੀਂ ਵੀ ਸਿੱਖ ਚੈਨਲ ਦੇ ਸਟਾਫ ਦੀ ਅਰਦਾਸ ਕਰਿਓ। ਸਿੱਖ ਚੈਨਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ। ਮੈਂ ਅਖੀਰ 'ਚ ਕਹਿੰਦਾ ਨਾ ਵਾਂ, ਉਹ ਸਿੱਖ ਚੈਨਲ ਚੱਲਦਾ ਯੂਕੇ ਦੀ ਧਰਤੀ ਉੱਤੇ, ਉਹ ਧੁੰਮਾਂ ਵਿੱਚ ਸੰਸਾਰ ਦੇ ਪਾਈ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਤੋਂ ਸੁਣੀ ਚੱਲੋ, ਉਹ ਨਾਲੇ ਦੁਨੀਆ ਦੀਆਂ ਖਬਰਾਂ ਸੁਣਾਈ ਜਾਂਦਾ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।